प्यारे दर्शकों, आप सब नूं जी आया। मैं नवदीप सिंह ਅਤੇ ਮੇਰੇ ਸਾਥੀ ਬਲਵੀਰ ਰੱਤੂ ਜੀ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਤੁਹਾਡੇ ਨਾਲ ਜੁੜੇ ਹਾਂ, ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਜਿਹੜੀ ਅਸੀਂ ਗੱਲ ਕਰਾਂਗੇ ਉਹ ਇਹ ਕਿ ਕੋਵਿਡ ਨੇ ਸਾਨੂੰ ਬਹੁਤ ਸਾਰੀਆਂ ਸਾਡੇ ਲਈ ਚੁਣੌਤੀਆਂ ਪੈਦਾ ਕੀਤੀਆਂ। ਉੱਥੇ ਹੀ ਬਹੁਤ ਸਾਰੇ ਸਾਨੂੰ ਸਬਕ ਸਿੱਖਣ ਨੂੰ ਮਿਲੇ। ਕਿਵੇਂ ਕੁਦਰਤ ਸਾਡੀ ਜ਼ਿੰਦਗੀ ਨੂੰ ਇੱਕ ਮਿੰਟ ਦੇ ਵਿੱਚ ਖੜੂਤ ਦੇ ਵਿੱਚ ਲਿਆ ਸਕਦੀ ਹੈ, ਇਹ ਅਸੀਂ ਸਾਰਿਆਂ ਨੇ ਦੇਖਿਆ। ਕਿਵੇਂ ਸਾਡੇ ਰਿਸ਼ਤਿਆਂ ਦੀ ਮਹੱਤਤਾ ਕੀ ਹੈ, ਇਹ ਵੀ ਅਸੀਂ ਦੇਖਿਆ। ਪੈਸਾ ਅਸੀਂ ਕਰਦੇ ਰਹਿੰਦੇ ਹਾਂ, ਪਰ ਪੈਸਾ ਸਾਡੇ ਕਿੰਨੇ ਕੁ ਕੰਮ ਆ ਸਕਦਾ, ਇਹ ਵੀ ਸ਼ਾਇਦ ਅਸੀਂ ਇਸ ਸਾਰੇ ਵਰਤਾਰੇ ਤੋਂ ਜੋ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਉਹਨੂੰ ਦੇਖਿਆ ਹੈਗਾ। ਪਰ ਇਹਦੇ ਨਾਲ ਹੀ ਕੁਛ ਗੱਲਾਂ ਇੱਦਾਂ ਦੀਆਂ ਵੀ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਵਧੀਆ ਨਹੀਂ ਸਨ। ਬਹੁਤ ਸਾਰੇ ਲੋਕ ਸਾਡੇ ਸਾਹਮਣੇ ਇੱਦਾਂ ਦੇ ਵੀ ਆਏ ਆ ਜਿਨ੍ਹਾਂ ਨੇ ਇਸ ਚੁਣੌਤੀ ਨੂੰ, ਇਸ ਦੁੱਖ ਦੇ ਸਮੇਂ ਸਿਰਫ ਆਪਣੇ ਫਾਇਦੇ ਬਾਰੇ ਸੋਚਿਆ। ਉਹਨਾਂ ਨੂੰ ਸਿਰਫ ਪੈਸਾ ਬਣਾਉਣ ਦੀ ਕਾਹਲ ਸੀ ਕਿ ਹੁਣ ਮੌਕਾ ਹੈ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਪੈਸਾ ਬਣਾ ਲਈਏ। ਜਿਵੇਂ ਕਿ ਕੋਵਿਡ ਦੇ ਦੌਰਾਨ ਤੁਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਫਿਲਮਾਂ ਦੇਖੀਆਂ ਹੋਣਗੀਆਂ, ਵੀਡੀਓ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ 'ਤੇ, ਜਿੱਥੇ ਕੋਵਿਡ ਦੀ ਦਵਾਈ ਦਾ ਪ੍ਰਚਾਰ ਕੀਤਾ ਗਿਆ। ਔਰ ਕਈ ਤਾਂ ਇੰਨੇ ਹਾਸੋਹੀਣੇ ਸਨ ਕਿ ਕੋਈ ਵੀ ਮਨੁੱਖ ਜਿਹੜਾ ਹੈਗਾ, ਥੋੜ੍ਹੀ ਸੂਝ ਰੱਖਣ ਵਾਲਾ ਵੀ, ਥੋੜ੍ਹਾ ਤਰਕ ਰੱਖਣ ਵਾਲਾ ਵੀ ਸ਼ਾਇਦ ਉਹਨਾਂ 'ਤੇ ਵਿਸ਼ਵਾਸ ਨਾ ਕਰੇ। ਮੇਰੇ ਧਿਆਨ ਦੇ ਵਿੱਚ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਉਹ ਵੀਡੀਓ ਆਈ ਹੋਵੇ ਜਿੱਥੇ ਇੱਕ ਵਿਅਕਤੀ ਕੋਵਿਡ ਦਾ ਇਲਾਜ ਪਿਆਜ਼ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਦੱਸ ਰਿਹਾ ਕਿ ਤੁਸੀਂ ਪਿਆਜ਼ ਖਾਓ ਅਤੇ ਤੁਹਾਨੂੰ ਕੋਵਿਡ ਤੋਂ ਜਿਹੜਾ ਹੈ ਉਹ ਛੁਟਕਾਰਾ ਮਿਲ ਸਕਦਾ। ਅਸਲ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਹਊ ਪਰੇ ਕਰਕੇ ਸਾਨੂੰ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਹਾਂ ਉੱਥੇ ਦਾ ਕਾਨੂੰਨ ਹੈ, ਉੱਥੇ ਦੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਬਿਲਕੁਲ ਨਿਸ਼ਚਿਤ ਕਰਦੀਆਂ, ਇਸ ਗੱਲ ਨੂੰ ਸ਼ੋਰ ਕਰਦੀਆਂ ਕਿ ਜੋ ਦਵਾਈਆਂ ਸਾਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਉਹਨਾਂ ਦੇ ਪਿੱਛੇ ਪੂਰੀ ਰਿਸਰਚ ਹੋਵੇ, ਉਹਨਾਂ ਦੇ ਪਿੱਛੇ ਪੂਰੀ ਖੋਜ ਹੋਵੇ, ਉਹਨਾਂ ਦੇ ਪਿੱਛੇ ਪੂਰੇ ਸਬੂਤ ਹੋਣ। ਸੋ ਜੋ ਸਾਡਾ ਅੱਜ ਦਾ ਟੌਪਿਕ ਰਹੂਗਾ ਉਹ ਇਹੀ ਹੋਊਗਾ। ਉਹ ਇੱਕ ਅਜਿਹੀ ਸੰਸਥਾ ਬਾਰੇ ਅਸੀਂ ਗੱਲ ਕਰਾਂਗੇ ਜਿਹਦੇ ਬਾਰੇ ਸ਼ਾਇਦ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਨਾ ਪਤਾ ਹੋਵੇ, ਔਰ ਬਹੁਤ ਸਾਰੇ ਭੈਣ ਭਰਾ ਹੋਣਗੇ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੋਵੇ। ਸਾਡੇ ਪ੍ਰੋਗਰਾਮ ਦਾ ਮੁੱਖ ਨਿਸ਼ਾਨਾ ਵੀ ਇਹੀ ਹੁੰਦਾ ਕਿ ਅਸੀਂ ਉਹ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਈਏ, ਤੁਹਾਡੇ ਨਾਲ ਸਾਂਝੀਆਂ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ, ਅਗਰ ਇੱਦਾਂ ਦੀ ਸਥਿਤੀ ਪੈਦਾ ਹੁੰਦੀ ਆ, ਤਾਂ ਤੁਸੀਂ ਆਪਣੇ ਜਿਹੜੇ ਹੈਗੇ ਫੈਸਲੇ ਆ ਉਹ ਵਧੀਆ ਢੰਗ ਨਾਲ ਲੈ ਸਕੋ। ਅੱਜ ਅਸੀਂ ਜਿਸ ਸੰਸਥਾ ਬਾਰੇ ਗੱਲ ਕਰਾਂਗੇ, ਉਸ ਸੰਸਥਾ ਦਾ ਨਾਮ ਹੈ MHRA। ਸੋ ਬਲਵੀਰ ਜੀ, ਇੱਕ ਤਾਂ ਤੁਸੀਂ ਦਰਸ਼ਕਾਂ ਨਾਲ ਦੁਆ ਸਲਾਮ ਕਰ ਲਓ, ਸਾਂਝ ਪਾ ਲਓ, ਅਤੇ ਨਾਲ ਹੀ ਮੈਂ ਜਿਹੜਾ ਹੈਗਾ ਮੈਂ ਚਾਹੁੰਦਾ ਕਿ ਆਪਾਂ ਪ੍ਰੋਗਰਾਮ ਇੱਥੋਂ ਹੀ ਸ਼ੁਰੂ ਕਰੀਏ ਕਿ ਇਹ ਜਿਹੜੀ MHRA ਹੈਗੀ ਆ ਇਹ ਕੀ ਹੈ, ਇਹ ਕਦੋਂ ਸੈਟਅਪ ਕੀਤੀ ਗਈ, ਔਰ ਇਹਨੂੰ ਚਲਾਉਣ ਵਾਲਾ ਕੌਣ ਹੈ, ਇਹ ਪ੍ਰਾਈਵੇਟ ਆ ਜਾਂ ਗੌਰਮੈਂਟ ਦਾ ਅਦਾਰਾ ਹੈਗਾ। ਸਾਨੂੰ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਸਾਥੀਓ, ਜੈ ਗੁਰਦੇਵ, ਜੈ ਭੀਮ, ਜੈ ਇਨਸਾਨ। ਜਿਸ ਤਰ੍ਹਾਂ ਨਵਦੀਪ ਹੋਣੀ ਗੱਲ ਸ਼ੁਰੂ ਕੀਤੀ ਆ, ਆਪਾਂ ਅੱਜ ਇਸ ਸੰਸਥਾ ਦੇ ਬਾਰੇ ਗੱਲਬਾਤ ਕਰਨੀ ਆ। ਅੱਜ ਜੋ ਕਰੋਨੇ ਦਾ ਦੌਰ ਹੈਗਾ, ਕੋਵਿਡ-19 ਦਾ ਦੌਰ ਹੈਗਾ, ਉਹਦੇ ਬਾਰੇ ਅਸੀਂ ਗੱਲਾਂ ਬਾਤਾਂ ਸਾਂਝੀਆਂ ਤੁਹਾਡੇ ਨਾਲ ਕਰਾਂਗੇ। ਇਹਨਾਂ ਗੱਲਾਂ ਬਾਤਾਂ ਦੇ ਦੌਰਾਨ ਸਾਡਾ ਜਿਹੜਾ ਮੁੱਖ ਮੰਤਵ, ਮੁੱਖ ਉਦੇਸ਼ ਇਹੀ ਹੁੰਦਾ ਕਿ ਜੋ ਸਾਡੇ ਕੋਲ ਜਾਣਕਾਰੀ ਹੈ ਜਾਂ ਜੋ ਸਾਡੇ ਕੋਲ ਗਿਆਨ ਹੈ ਉਹ ਤੋਂ ਅਸੀਂ ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖ ਸਕੀਏ। ਉਹ ਜੋ ਹੈਗਾ ਉਹ ਇੱਕ ਦੂਜੇ ਦੇ ਕੰਮ ਆ ਸਕੇ, ਤਾਂ ਉਹ ਤੋਂ ਅਸੀਂ ਫਾਇਦਾ ਉਠਾ ਕੇ ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਵਧੀਆ ਨਵਦੀਪ ਜੀ ਜ਼ਿੰਦਗੀ ਹੋਰ ਅੱਛੇ ਤਰੀਕੇ ਦੇ ਨਾਲ ਬਤੀਤ ਕਰ ਸਕੀਏ ਅਤੇ ਸਾਨੂੰ ਉਹਦਾ ਫਾਇਦਾ ਹੋਵੇ। ਸੋ ਸਾਡੇ ਪ੍ਰੋਗਰਾਮਾਂ ਦਾ ਮੁੱਖ
ਉਦੇਸ਼ ਇਹੀ ਹੈਗਾ ਜੀ, ਤੇ ਇਹਦੇ ਮੁਤਾਬਕ ਹੀ ਅਸੀਂ ਚੱਲਾਂਗੇ, ਸਾਡੇ ਪ੍ਰੋਗਰਾਮ ਉਹ ਹੋਣਗੇ। ਹਾਂਜੀ। ਤੇ ਨਵਦੀਪ ਜੀ, ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਇਹ ਜਿਹੜੀ ਸੰਸਥਾ ਹੈਗੀ ਆ MHRA ਜੀ, ਜਿਸ ਤਰ੍ਹਾਂ ਕਿ ਮੈਡੀਸਿਨਸ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਅਥਾਰਟੀ ਜੀ, ਇਹਦਾ ਡੂੰਘਾਈ ਦੇ ਵਿੱਚ ਮੁੱਖ ਉਦੇਸ਼ ਹੈਗਾ। ਬਲਵੀਰ ਜੀ, ਇਹ ਨਾਮ ਬੜਾ ਤੁਸੀਂ ਲੰਮਾ ਜਿਹਾ ਲਿਆ, ਜੇ ਥੋੜ੍ਹਾ ਜਿਹਾ ਇਹਨੂੰ ਸਲੋ ਕਰਕੇ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰ ਦਿਓ ਜੀ, ਤਾਂ ਕਿ ਮੇਰੇ ਵਰਗੇ ਵੀ ਕਈ ਦੇਖਣ ਵਾਲੇ ਹੁੰਦੇ ਆ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝ ਲੱਗ ਜਾਵੇ ਕਿ ਇਹਦਾ ਪੂਰਾ ਫਾਰਮ ਕੀ ਹੈਗਾ। ਹਾਂਜੀ ਨਵਦੀਪ ਜੀ, ਇੱਕ ਮੇਰਾ ਉਦੇਸ਼ ਇਹੋ ਹੀ ਹੈਗਾ ਕਿ ਮੇਰੇ ਕੋਲ ਤੁਸੀਂ ਵੀ ਥੋੜ੍ਹਾ ਜਿਹਾ ਹਾਂਜੀ ਜਿਹੜਾ ਕੁਝ ਸਿੱਖ ਸਕੋ, ਬਿਲਕੁਲ, ਕਿ ਉਹ ਤੁਹਾਡੇ ਵੀ ਕੰਮ ਆ ਸਕੇ। ਹਾਂਜੀ। ਸੋ ਇਹ ਜੀ ਜਿਹੜਾ MHRA ਹੈਗਾ, ਇਹ ਹੈਗਾ ਕਿ ਜਿਹੜੀਆਂ ਦਵਾਈਆਂ ਮੈਡੀਸਿਨਸ, ਹਾਂਜੀ, ਤੇ ਜਿਹੜੇ ਹੈਲਥ ਕੇਅਰ ਪ੍ਰੋਡਕਟਸ, ਹਾਂਜੀ, ਹੈਲਥ ਕੇਅਰ ਪ੍ਰੋਡਕਟਸ ਤੋਂ ਜਿਹੜਾ ਮਤਲਬ ਹੈਗਾ ਕਿ ਸਿਹਤ ਦੀ ਦੇਖਭਾਲ ਦੇ ਵਿੱਚ ਜਿਹੜੇ ਵੀ ਪ੍ਰੋਡਕਟ ਜਾਂ ਚੀਜ਼ਾਂ ਜਾਂ ਮਸ਼ੀਨਾਂ ਜਾਂ ਸਮਾਨ, ਹਾਂਜੀ, ਜਿਹੜਾ ਉਹ ਵਰਤਿਆ ਜਾਂਦਾ ਜੀ ਸਿਹਤ ਦੀ ਦੇਖਭਾਲ ਦੇ ਵਿੱਚ, ਹਾਂਜੀ, ਤੇ ਉਹ ਸੁਰੱਖਿਅਤ ਹੋਵੇ, ਠੀਕ ਆ, ਉਹ ਸੇਫ ਹੋਵੇ, ਹਾਂਜੀ, ਵਰਤਣੇ ਦੇ ਵਾਸਤੇ ਜੀ, ਤੇ ਉਹ ਜਿਹੜਾ ਹੈਲਥ ਕੇਅਰ ਸਟਾਫ ਹੈਗਾ ਉਹਨਾਂ ਦੇ ਵੀ ਵਾਸਤੇ ਵੀ, ਤੇ ਜਿਹੜੇ ਹੈਗੇ ਆ ਇਹ ਦਵਾਈਆਂ ਜਾਂ ਜਿਹੜੇ ਉਹ ਸਮਾਨ ਯੂਜ਼ ਕਰਦੇ, ਜਿਸ ਤਰ੍ਹਾਂ ਮਿਸਾਲ ਦੇ ਤੌਰ 'ਤੇ ਹਾਂਜੀ ਕੋਈ ਸ਼ੂਗਰ ਚੈੱਕ ਕਰਨ ਦੀ ਇਕਵਿਪਮੈਂਟ ਹੋਵੇ, ਸਮਾਨ ਹੋਵੇ ਜੀ, ਜਾਂ ਬਲੱਡ ਪ੍ਰੈਸ਼ਰ ਚੈੱਕ ਕਰਨ ਦੀ ਮਸ਼ੀਨ ਹੋਵੇ ਜੀ, ਤੇ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੋਵੇ ਜਿਹੜੀ ਸਿਹਤ ਦੀ ਦੇਖਭਾਲ ਦੇ ਵਿੱਚ ਕੰਮ ਆਉਂਦੀ ਹੈ, ਵਰਤਦੇ ਹਾਂ, ਤਾਂ ਉਹਨੂੰ ਫਿਰ ਇਹ ਜਿਹੜੀ MHRA ਆਰਗੇਨਾਈਜੇਸ਼ਨ ਹੈਗੀ, ਸੰਸਥਾ ਹੈਗੀ ਆ, ਉਹਨੇ ਆਪਣੇ ਸੇਫਟੀ ਰੂਲਾਂ ਦੇ ਮੁਤਾਬਕ ਚੈੱਕ ਕੀਤੀ ਹੁੰਦੀ ਹੈ, ਟੈਸਟ ਕੀਤੀ ਹੁੰਦੀ ਹੈ ਕਿ ਜਿਹੜੀ ਇਹ ਮਸ਼ੀਨ, ਜਿਹੜਾ ਕੰਮ ਇਸ ਮਸ਼ੀਨ ਨੂੰ ਕਰਨਾ ਚਾਹੀਦਾ ਕਿ ਉਹ ਇਹ ਮਸ਼ੀਨ ਕੰਮ ਕਰਦੀ ਆ, ਹਾਂਜੀ, ਜਾਂ ਜਿਹੜਾ ਇਸ ਦਵਾਈ ਦਾ ਜਿਹੜਾ ਫਾਇਦਾ ਹੋਣਾ ਚਾਹੀਦਾ ਤੇ ਕਿ ਉਹ ਸਹੀ ਮਾਇਨਿਆਂ ਦੇ ਵਿੱਚ ਇਹ ਜਿਹੜੀ ਦਵਾਈ ਹੈਗੀ ਆ ਉਹ ਹੀ ਹੈਗੀ ਆ, ਹਾਂਜੀ, ਤੇ ਉਸ ਨੂੰ ਦਵਾਈ ਨੂੰ ਉਹ ਪੂਰੇ ਆਪਣੇ ਜਿਹੜੇ ਸਾਇੰਟੀਫਿਕ ਮੈਥਡਸ ਹੈਗੇ ਆ, ਤਾਂ ਜਿਹੜੇ ਵੀ ਉਹਨਾਂ ਦੇ ਜਿੰਨੇ ਵੀ ਰਿਗਰਸ ਜਾਂ ਡੂੰਘੇ ਉਹਨਾਂ ਦੇ ਜਿਹੜੇ ਟੈਸਟ ਹੁੰਦੇ ਆ, ਤਾਂ ਉਹ ਸਾਰੇ ਕਰਕੇ ਤਾਂ ਫਿਰ ਉਸ ਨੂੰ ਜਿਹੜਾ ਹੈਗਾ ਆ ਉਹ ਲੋਕਾਂ ਦੀ ਵਰਤੋਂ ਵਾਸਤੇ ਉਹਦੀ ਪ੍ਰਵਾਨਗੀ ਮਿਲਦੀ ਆ, ਤੇ ਉਹ ਫਿਰ ਉਹ ਲੋਕਾਂ ਨੂੰ ਮਿਲਣ ਲੱਗਦੀ ਆ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੀਆਂ ਵੀ ਦਵਾਈਆਂ ਇੱਥੇ ਵਿਕਦੀਆਂ, ਕੈਮਿਸਟ ਦੇ ਕੋਲ ਵਿਕਦੀਆਂ ਜਾਂ ਹੋਰ ਵੀ ਕਿਸੇ ਵੀ ਇਲਾਜ ਦੇ ਲਈ ਉਹ ਵਿਕਦੀਆਂ ਜੀ, ਉਹ ਇਹ ਸੰਸਥਾ ਦਾ ਹੀ ਕੰਮ ਹੈ ਕਿ ਇਹ ਉਹਨੂੰ ਜਿਹੜੀ ਹੈਗੀ ਆ ਮਨਜ਼ੂਰੀ ਦਿੰਦੀ ਆ ਜੀ ਕਿ ਉਹ ਲੋਕਾਂ ਦੀ ਸਿਹਤ ਲਈ ਠੀਕ ਆ, ਔਰ ਜੋ ਵੀ ਉਹ ਕਲੇਮ ਕਰਦੀ ਆ ਕਿ ਠੀਕ ਹੈ ਇਹ ਇਸ ਬਿਮਾਰੀ ਦਾ ਇਲਾਜ ਕਰੂਗੀ ਜੀ, ਤੇ ਇਹ ਇਹਨਾਂ ਦੀ ਰਿਸਪੌਂਸਿਬਿਲਟੀ ਆ, MHRA ਦੀ ਰਿਸਪੌਂਸਿਬਿਲਟੀ ਆ ਕਿ ਉਹ ਮੇਕ ਸ਼ੋਰ ਕਰਦੇ ਆ, ਉਹ ਨਿਸ਼ਚਿਤ ਕਰਦੇ ਆ ਕਿ ਹਾਂ ਇਹ ਜਿਹੜਾ ਕਲੇਮ ਆ ਉਹ ਸਹੀ ਆ। ਬਿਲਕੁਲ, ਕਿਉਂਕਿ ਜਿਹੜੀ ਹਰੇਕ ਦਵਾਈ ਹੈ ਜਾਂ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਜਾਂ ਕੋਈ ਵੀ ਇਕਵਿਪਮੈਂਟ ਹੈਗੀ ਆ ਜੀ, ਤਾਂ ਉਹ ਇਹਨਾਂ ਦੇ ਜਿਹੜੀ ਸਿਸਟਮ ਦੇ ਵਿੱਚ ਦੀ ਲੰਘ ਕੇ ਜਾਂ ਉਹਦੀ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਲੈ ਕੇ ਤਾਂ ਹੀ ਉਹ ਫਿਰ ਲੋਕਾਂ ਦੀ ਵਰਤੋਂ ਦੇ ਵਿੱਚ ਲਿਆਂਦੀ ਜਾ ਸਕਦੀ ਆ। ਜਿਹੜੀ ਉਹ ਨਾ ਹੋਵੇ ਤਾਂ ਉਹ ਜਿਹੜੀ ਹੈਗੀ ਆ ਉਹ ਗੈਰ ਕਾਨੂੰਨੀ ਹੋਵੇਗੀ ਤੇ ਉਹ ਉਹਨਾਂ ਦੀ ਅਪਰੂਵਡ ਨਹੀਂ ਹੈਗੀ, ਠੀਕ ਆ। ਤਾਂ ਜਿਹੜੀ ਉਹਨਾਂ ਦੀ ਅਪਰੂਵਡ ਚੀਜ਼ਾਂ ਨਹੀਂ ਹੈਗੀਆਂ ਜੀ, ਤੇ ਉਹ ਜਿਸ ਤਰ੍ਹਾਂ ਆਪਾਂ ਦੇਖਦੇ ਹੀ ਹੈਗੇ ਆ, ਆਪਾਂ ਅੱਗੇ ਚੱਲ ਕੇ ਵੀ ਹੋਰ ਸ਼ਾਇਦ ਇਹਦੇ ਬਾਰੇ ਗੱਲ ਕਰਾਂਗੇ ਜੀ, ਕਿ ਉਹਨਾਂ ਦੇ ਬਾਰੇ ਲੋਕਾਂ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ, ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਕੀ ਫਾਇਦੇ ਆ, ਕੀ ਉਹਨਾਂ ਦੇ ਨੁਕਸਾਨ ਹੋ ਸਕਦੇ ਆ। ਜਿਹੜੇ ਸਾਡੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਕਿੱਦਾਂ ਪਤਾ ਲੱਗੇ ਜੀ ਕਿ ਜਿਹੜੀ ਇਹ ਦਵਾਈ ਹੈ ਜਾਂ ਕੋਈ ਵੀ ਸਾਧਨ ਆ ਵਰਤੋਂ ਵਾਲਾ ਜੀ, ਜਿਹੜਾ ਕਿਸੇ ਵੀ ਇਲਾਜ ਦੇ ਲਈ ਜਾਂ ਉਹਦੀ ਸਹੂਲਤ ਦੇ ਲਈ ਜਾਂ ਉਹਨੂੰ ਠੀਕ ਕਰਨ ਦੇ ਲਈ ਹੈਗਾ, ਕਿ ਉਹਨਾਂ ਨੂੰ ਕਿੱਦਾਂ ਪਤਾ ਲੱਗੇ ਕਿ ਇਹਨੂੰ MHRA ਦੀ ਮਨਜ਼ੂਰੀ ਮਿਲੀ ਹੋਈ ਆ ਜੀ? ਇਹਦਾ ਕੋਈ ਸਾਧਨ ਹੈ ਜਿਹੜਾ ਸੌਖੇ ਹੀ ਸਾਡੇ ਭੈਣ ਭਰਾ ਉਹ ਚੈੱਕ ਕਰ ਸਕਦੇ ਹੋਣ? ਜੀ ਨਵਦੀਪ ਜੀ, ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਸ ਵੇਲੇ ਅਸੀਂ ਕੋਈ ਵੀ ਦਵਾਈ ਕੈਮਿਸਟ ਤੋਂ ਲੈ ਕੇ ਆਉਂਦੇ ਹਾਂ ਹਾਂਜੀ, ਤਾਂ ਉਹਦੇ ਨਾਲ ਹੀ ਨਾਲ ਇੱਕ ਇਨਫੋਰਮੇਸ਼ਨ ਜਾਣਕਾਰੀ ਸ਼ੀਟ ਹੁੰਦੀ ਆ ਜੀ, ਤੇ ਉਸ ਜਾਣਕਾਰੀ ਸ਼ੀਟ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਦਵਾਈ ਜਿਹੜੀ ਆ ਉਹ ਕਾਹਦੇ ਵਾਸਤੇ ਹੈਗੀ ਆ, ਕਿਹਨੂੰ ਵਰਤਣੀ ਚਾਹੀਦੀ ਆ, ਕਦੋਂ ਵਰਤਣੀ ਚਾਹੀਦੀ ਆ ਜਾਂ ਕਦੋਂ ਨਹੀਂ ਵਰਤਣੀ ਚਾਹੀਦੀ, ਹਾਂਜੀ, ਤਾਂ ਇਸ ਦਵਾਈ ਦੇ ਵਿੱਚ ਹੈ ਕੀ ਆ, ਤੇ ਉਹਦੇ ਨਾਲ ਹੀ ਇਹ ਵੀ ਹੁੰਦਾ ਕਿ ਇਸ ਦਵਾਈ ਦੇ ਜਿਹੜੇ ਸਾਈਡ ਦੁਰਪ੍ਰਭਾਵ ਕੀ ਹੈਗੇ ਆ, ਠੀਕ ਆ, ਉਹਦੇ ਜਿਹੜੇ ਆ ਨਫੇ ਨੁਕਸਾਨ ਕੀ ਹੋ ਸਕਦੇ ਆ, ਤੇ ਜਾਂ ਫਿਰ ਜੇ ਉਹਦਾ ਕੋਈ
ਨੁਕਸਾਨ ਹੋਵੇ ਹਾਂਜੀ ਤਾਂ ਫਿਰ ਤੁਹਾਨੂੰ ਕਿਸ ਤਰ੍ਹਾਂ ਉਹ ਜਿਹੜੀ ਦਵਾਈ ਹੈਗੀ ਆ ਉਹ ਬੰਦ ਕਰਨੀ ਚਾਹੀਦੀ ਹੈ, ਅਤੇ ਕਿਸ ਨੂੰ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ, ਜਿਵੇਂ ਕਿ ਡਾਕਟਰ ਨੂੰ ਜਾਂ ਕੈਮਿਸਟ ਨੂੰ ਜਾ ਕੇ ਤੁਸੀਂ ਦੱਸ ਸਕਦੇ ਆ ਕਿ ਆਹ ਜਿਹੜੀ ਦਵਾਈ ਹੈਗੀ ਆ ਉਹ ਮੈਨੂੰ ਮੁਆਫਕ ਨਹੀਂ ਬੈਂਦੀ ਜਾਂ ਠੀਕ ਨਹੀਂ ਬੈਠੀ, ਅਤੇ ਆਹ ਮੇਰੇ 'ਤੇ ਸਾਈਡ ਇਫੈਕਟ ਹੋਇਆ। ਠੀਕ ਤੇ ਹੈ। ਨਾਲ ਹੀ ਇਹਦੇ ਉਹਨਾਂ ਹੀ ਜਿਹੜੇ ਉਹ ਲੀਫਲੇਟਸ ਹੁੰਦੇ ਆ, ਹਾਂਜੀ ਉਹਨਾਂ ਪਰਚਿਆਂ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਜਿਹੜੀ ਦਵਾਈ ਹੈਗੀ ਆ ਇਹਨੂੰ ਬਣਾਉਣ ਵਾਲਾ ਕੌਣ ਆ, ਹਾਂਜੀ ਤਾਂ ਉਹਦੇ ਕੋਲ ਕੀ ਲਾਇਸੈਂਸ ਹੈਗਾ ਜਾਂ ਲਾਇਸੈਂਸ ਨੰਬਰ ਕੀ ਹੈਗਾ ਜੀ, ਤੇ ਕੀ ਇਹ ਜਿਹੜੀ ਇਹ ਦਵਾਈ ਹੈਗੀ ਆ ਫਿਰ ਉਹ ਜਿਹੜੇ ਲਾਇਸੈਂਸ ਹੈਗਾ ਉਹਨੂੰ ਉਹ MHRA ਜਿਹੜੀ ਹੈਗੀ ਆ ਪਰਮਿਸ਼ਨ ਦਿੰਦੀ ਆ। ਠੀਕ ਆ। ਤੇ ਉਹ ਫਿਰ ਉਹ ਮਾਨਤਾ ਪ੍ਰਾਪਤ ਹੁੰਦੀ ਆ, ਤਾਂ ਉੱਥੋਂ ਤੁਸੀਂ ਪਤਾ ਲਾ ਸਕਦੇ ਆ ਕਿ ਇਹ ਜਿਹੜੀ ਦਵਾਈ ਹੈਗੀ ਆ ਜੀ ਉਹ ਮਾਨਤਾ ਪ੍ਰਾਪਤ MHR ਦੇ ਦੁਆਰਾ ਹੈਗੀ ਆ ਜਾਂ ਨਹੀਂ। ਠੀਕ ਆ। ਕੀ ਇਹਨਾਂ ਦੀ ਮੇਰੇ ਖਿਆਲ ਸ਼ਾਇਦ ਵੈਬਸਾਈਟ ਵੀ ਕੋਈ ਹੋਊਗੀ ਜਿੱਥੇ ਜਿਹੜੇ ਸਾਡੇ ਭੈਣ ਭਰਾ ਇੰਟਰਨੈਟ ਦੀ ਵਰਤੋਂ ਕਰ ਸਕਦੇ ਆ? ਹਾਂਜੀ। ਕਿ ਇਹ ਜੇ MHRA ਦੇ ਵੈਬਸਾਈਟ 'ਤੇ ਜਾਣ ਤੇ ਉੱਥੋਂ ਵੀ ਇਹ ਪਤਾ ਲੱਗ ਸਕਦਾ ਕਿ ਹਾਂ ਇਹ ਦਵਾਈ ਜਿਹੜੀ ਹੈਗੀ ਆ ਇਹਨੂੰ ਬਿਲਕੁਲ MHRA ਵੱਲੋਂ ਮਨਜ਼ੂਰੀ ਜਿਹੜੀ ਹੈਗੀ ਉਹ ਮਿਲੀ ਹੋਈ ਆ? ਜੀ ਬਿਲਕੁਲ ਨਵਦੀਪ ਜੀ, ਜਿਹੜੀ MHRA ਜਿਸ ਆਪਾਂ ਜਦੋਂ ਵੀ ਇੰਟਰਨੈਟ 'ਤੇ ਜਾਈਏ ਹਾਂਜੀ ਤਾਂ ਬਹੁਤ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਉਹ ਉਪਲਬਧ ਆ ਜੀ, ਮੌਜੂਦ ਆ ਉੱਥੇ ਜੀ, ਤੇ ਇਹ ਜਾਣਕਾਰੀ ਜਿਹੜੀ ਹੈਗੀ ਅਸੀਂ ਹਾਸਲ ਕਰ ਸਕਦੇ ਹਾਂ ਹਾਂਜੀ। ਤਾਂ ਲੇਕਿਨ ਇੱਕ ਇਹਦੇ ਨਾਲ ਹੀ ਮੈਂ ਕਹਿਣਾ ਚਾਹੂੰਗਾ ਕਿ ਬਹੁਤ ਸਾਰੇ ਜਿਹੜੇ ਆਪਣੇ ਪਬਲਿਕ ਦੇ ਵਿੱਚ ਮੈਂਬਰ ਹੁੰਦੇ ਆ ਜਿਨ੍ਹਾਂ ਨੂੰ ਇੰਟਰਨੈਟ ਵੀ ਯੂਜ਼ ਨਹੀਂ ਕਰਨੀ ਹੁੰਦੀ ਜੀ, ਤੇ ਉਹਨਾਂ ਨੂੰ ਫਿਰ ਇਸ ਗੱਲ ਨੂੰ ਸਿਰਫ ਛੱਡ ਨਹੀਂ ਦੇਣਾ ਚਾਹੀਦਾ ਕਿ ਉਹ ਇੰਟਰਨੈਟ ਨਹੀਂ ਯੂਜ਼ ਕਰ ਸਕਦੇ, ਤਾਂ ਉਹ ਇਹ ਜਿਹੜੀ ਜਾਣਕਾਰੀ ਹੈਗੀ ਕਿੱਥੋਂ ਪ੍ਰਾਪਤ ਕਰਨ ਹਾਂਜੀ। ਤਾਂ ਉਹ ਆਪਣੇ ਡਾਕਟਰ ਤੋਂ ਵੀ ਇਹ ਜਿਹੜੀ ਜਾਣਕਾਰੀ ਲੈ ਸਕਦੇ ਆ, ਆਪਣੇ ਕੈਮਿਸਟ ਤੋਂ ਵੀ ਜਿਹੜੀ ਜਾਣਕਾਰੀ ਲੈ ਸਕਦੇ ਆ। ਠੀਕ ਆ। ਤੇ ਜਾਂ ਕੋਈ ਵੀ ਬੰਦਾ ਜਿਹੜਾ ਇੰਟਰਨੈਟ ਜਾਂ ਯੂਜ਼ ਕਰ ਸਕਦਾ ਹਾਂਜੀ। ਤੇ ਜੇ ਹੋਰ ਕੁਛ ਨਹੀਂ ਤਾਂ ਕਿਸੇ ਨਾ ਕਿਸੇ ਨੂੰ ਪੁੱਛ ਜ਼ਰੂਰ ਲੈਣਾ ਚਾਹੀਦਾ ਜੀ ਕਿ ਮੈਨੂੰ ਆਹ ਜਿਹੜੀ ਜਾਣਕਾਰੀ ਚਾਹੀਦੀ ਹੈ, ਬਿਲਕੁਲ ਆਹ ਮੈਂ ਚੀਜ਼ ਲੱਭ ਰਿਹਾ, ਤੇ ਜਿਸ ਵੇਲੇ ਅਸੀਂ ਪੁੱਛਾਂਗੇ ਜਾਂ ਪਤਾ ਕਰਾਂਗੇ ਤੇ ਜ਼ਰੂਰੀ ਸਾਨੂੰ ਫਿਰ ਉਹਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਜਿਹੜੀ ਹੈਗੀ ਹੈ ਜ਼ਰੂਰ ਕਿਤੋਂ ਨਾ ਕਿਤੋਂ ਉਹ ਮਿਲ ਜਾਵੇਗੀ। ਬਲਬੀਰ ਜੀ, ਇੱਕ ਜਿਹੜਾ ਮੇਰੇ ਧਿਆਨ ਦੇ ਵਿੱਚ ਆਇਆ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਜ਼ਰੂਰ ਆਇਆ ਹੋਊਗਾ ਕਿ ਤੁਸੀਂ ਵੀ ਇਸ ਗੱਲ ਨਾਲ ਵਾਬਸਤਾ ਰਹਿੰਦੇ ਆ, ਇਸ ਗੱਲ ਨਾਲ ਜੁੜੇ ਆ, ਕਿ ਬਹੁਤ ਸਾਡੇ ਜਿਹੜੇ ਅਖਬਾਰ ਹੈਗੇ ਆ ਚਾਹੇ ਉਹ ਪੰਜਾਬੀ ਦੇ ਹੈਗੇ ਆ, ਗੁਜਰਾਤੀ ਦੇ ਹੈਗੇ ਆ, ਜਾਂ ਹੋਰਨਾਂ ਭਾਸ਼ਾਵਾਂ ਦੇ ਵੀ ਹੈਗੇ ਆ ਜੀ ਜੀ, ਉਹਨਾਂ ਦੇ ਵਿੱਚ ਤੁਹਾਨੂੰ ਆਮ ਹੀ ਇਹ ਗੱਲ ਮਿਲ ਜਾਂਦੀ ਆ ਕਿ ਜੀ ਆ ਫਲਾਨੀ ਦਵਾਈ ਆ ਹਾਂਜੀ, ਇਹ ਫਲਾਨੀ ਜਿਹੜੀ ਬਿਮਾਰੀ ਆ ਉਹ ਸਹੀ ਕਰਦੀ ਆ ਜੀ। ਅੱਛਾ, ਉਹਦੇ ਵਿੱਚ ਜ਼ਿਆਦਾਤਰ ਸਾਡੇ ਭੈਣ ਭਰਾ ਜਿਹੜੇ ਹੁੰਦੇ ਆ ਕਿ ਜੀ ਜਿਹੜੀ ਹੋਮੋਪੈਥਿਕ ਦਵਾਈ ਆ ਹਾਂਜੀ, ਉਹਨਾਂ ਬਾਰੇ ਖਾਸ ਕਰਕੇ ਇਹ ਕਲੇਮ ਕੀਤਾ ਜਾਂਦਾ ਹਾਂਜੀ। ਸ਼ੁਰੂ ਦੇ ਵਿੱਚ ਜਦੋਂ ਕੋਵਿਡ ਚਾਲੂ ਹੀ ਹੋਇਆ ਉਦੋਂ ਹਿੰਦੁਸਤਾਨ ਤੋਂ ਇੱਕ ਬਾਬੇ ਨੇ ਦਵਾ ਕੱਢੀ ਸੀ ਹਾਂਜੀ, ਜਿਹਦੇ ਬਾਰੇ ਉਹਨੇ ਬਹੁਤ ਸਾਰੇ ਝੂਠੇ ਦਾਅਵੇ ਕੀਤੇ ਸੀ ਕਿ ਜੀ ਇਹ ਆਹ ਕਰਦੀ ਆ, ਇਹ ਕਰਦੀ ਆ, ਜਿਹੜੇ ਕਿ ਬਾਅਦ ਵਿੱਚ ਬਹੁਤ ਸਾਰੇ ਜਾ ਕੇ ਉਹ ਗੱਲਾਂ ਝੂਠੀਆਂ ਸਾਬਤ ਹੋਈਆਂ ਜੀ। ਸੋ ਅਗਰ ਤੁਹਾਡੇ ਧਿਆਨ ਦੇ ਵਿੱਚ ਇਹ ਆਇਆ ਹੋਵੇ ਜਿਹੜੀਆਂ ਐਲੋਪੈਥੀ ਤੋਂ ਇਲਾਵਾ ਹੋਰ ਦਵਾਈਆਂ ਆ ਜੀ, ਕਿ MHRA ਨੇ ਕਿਸੇ ਇਹੋ ਜਿਹੀ ਦਵਾਈ ਨੂੰ ਵੀ ਮਨਜ਼ੂਰੀ ਦਿੱਤੀ ਆ ਜਿਹਦੇ ਨਾਲ ਕੋਵਿਡ ਠੀਕ ਹੁੰਦਾ ਹੋਵੇ? ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੋਵੇ? ਜੀ, ਜਿੱਥੇ ਤੱਕ ਮੇਰੀ ਜਾਣਕਾਰੀ ਆ ਉਹ ਕੋਈ ਵੀ ਇੱਦਾਂ ਦੀ ਦਵਾਈ ਨਹੀਂ ਹੈਗੀ ਹਾਂਜੀ ਜਿਹੜੀ ਕਿ MHRA ਨੇ ਅਪਰੂਵ ਕੀਤੀ ਹੋਈ, ਜਿਹੜੀ ਕਿ ਸਾਇੰਟੀਫਿਕਲੀ ਅਪਰੂਵਡ ਨਾ ਹੋਵੇ। ਠੀਕ ਆ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਜਿਹੜੇ ਹੋਰ ਵੱਖ-ਵੱਖ ਲੈਂਗੁਏਜਸ ਜਿਹੜੀਆਂ ਭਾਸ਼ਾ ਪੜ੍ਹਦੇ ਹੈਗੇ ਆ, ਪੰਜਾਬੀ ਹਿੰਦੀ ਜਾਂ ਗੁਜਰਾਤੀ ਵਗੈਰਾ ਦੇ ਵਿੱਚ ਜੀ ਬਹੁਤ ਸਾਰੇ ਅਖਬਾਰ ਵੀ ਹੈਗੇ ਆ ਹਾਂਜੀ, ਤੇ ਉਹਨਾਂ ਦੇ ਵਿੱਚ ਅਕਸਰ ਹੀ ਮਸ਼ਹੂਰੀਆਂ ਦਿੱਤੀਆਂ ਹੁੰਦੀਆਂ ਰਾਈਟ, ਜਿਸ ਤਰ੍ਹਾਂ ਕਿ ਕਈਆਂ ਨੇ ਤਾਂ ਜਿਹੜਾ ਪੂਰਾ ਪੇਜ ਭਰਿਆ ਹੁੰਦਾ ਹਾਂਜੀ, ਤੇ ਤੁਸੀਂ ਕੋਈ ਵੀ ਬਿਮਾਰੀ ਜਿਹੜੀ ਹੈਗੀ ਉਹਦਾ ਨਾਂ ਲਾਓ ਹਾਂਜੀ, ਤੇ ਉਹ ਕੋਈ ਕਹਿੰਦਾ ਜੀ ਇਹਦਾ ਸ਼ਰਤੀਆ ਇਲਾਜ ਹੈਗਾ ਹਾਂਜੀ, ਪੱਕਾ ਇਲਾਜ ਹੈਗਾ ਹਾਂਜੀ, ਤੇ ਅਸੀਂ ਇਹਦਾ ਉਹ ਇਲਾਜ ਕਰਦੇ ਹਾਂ। ਤੇ ਇੱਕ ਮੈਂ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ ਕਿ ਜਿੱਥੇ ਤੱਕ ਮੈਂ ਨੋਟਿਸ ਕੀਤਾ ਬਹੁਤ ਸਾਰੇ ਸਮਾਜਾਂ ਦੇ ਵਿੱਚ ਲਾਈ ਲੱਗਦਾ ਬਹੁਤ ਹੈਗੀ ਆ ਹਾਂਜੀ, ਤੇ ਉਹ ਸੁਣੀਆਂ ਸੁਣਾਈਆਂ ਗੱਲਾਂ ਲੈ ਕੇ ਜੀ, ਤੇ ਉਹ ਫਿਰ ਇੱਕ ਇਹ ਵੀ ਗੱਲ ਸਾਫ਼ ਹੈ ਕਿ ਜਿਸ ਵੇਲੇ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਹਾਂਜੀ, ਇਹ ਬਿਲਕੁਲ ਸੱਚ ਹੈ ਕਿ ਆਪਣੇ ਵੱਲੋਂ ਉਹ ਬੰਦਾ ਹੱਥ ਪੈਰ ਮਾਰਦਾ, ਪੂਰੀ ਕੋਸ਼ਿਸ਼ ਕਰਦਾ ਕਿ ਇਹਦੇ ਨਾਲ ਨਹੀਂ ਆਰਾਮ ਆਉਂਦਾ, ਉਹਦੇ ਨਾਲ ਆਰਾਮ ਆ ਜਾਵੇ, ਇੱਥੋਂ ਵੀ ਆਰਾਮ ਆ ਜਾਵੇ, ਉੱਥੋਂ ਵੀ ਆਰਾਮ ਆ ਜਾਵੇ।
ਇੱਥੇ ਨਾਲੋਂ ਮੈਂ ਇੰਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਉਹ ਬਹੁਤ ਨੋਟਿਸ ਕੀਤੀ ਆ ਜੀ। ਤੇ ਕਿਉਂਕਿ ਸਾਡਾ ਇੰਡੀਆ ਦੇ ਨਾਲ ਵਾਹ ਪੈਂਦਾ ਜੀ। ਤੇ ਉੱਥੇ ਜਦੋਂ ਕੋਈ ਵੀ ਅਲਾਮਤ ਤੁਹਾਨੂੰ ਹੋਵੇ, ਕੋਈ ਵੀ ਬਿਮਾਰੀ ਹੋਵੇ, ਹਰੇਕ ਹੀ ਜਿਹੜਾ ਬੰਦਾ ਹੈਗਾ ਤੁਹਾਨੂੰ ਸਲਾਹ ਦੇਣ ਤੁਰ ਪੈਂਦਾ ਜੀ ਤੁਸੀਂ ਇੱਥੇ ਦਵਾਈ ਲਿਆਓ, ਤੁਸੀਂ ਇੱਥੋਂ ਦਵਾਈ ਲਓ ਜੀ। ਤੇ ਮੈਂ ਇੱਥੋਂ ਦਵਾਈ ਖਾਧੀ। ਹਾਂਜੀ। ਤੇ ਉਹ ਮਤਲਬ ਜਿੱਦਾਂ ਕਹਿ ਲਓ ਕਿ ਕੁਛ ਨਾ ਕੁਛ ਕਹਿਣ ਦੇ ਵਾਸਤੇ ਜਾਂ ਜਾਣਕਾਰੀ ਦੇਣ ਦੇ ਵਾਸਤੇ ਆਪਣੇ ਵੱਲੋਂ ਉਪਰਾਲਾ ਕਰਦੇ ਆ ਜੀ। ਪਰ ਬਹੁਤੇ ਕੇਸਾਂ ਦੇ ਵਿੱਚ ਜਦੋਂ ਉਹਨਾਂ ਦੀ ਘੋਖ ਪੜਤਾਲ ਕੀਤੀ ਜਾਵੇ, ਹਾਂਜੀ, ਇੱਦਾਂ ਵੀ ਹੁੰਦੀ ਹੈ ਕਿ ਜਿਹੜੀ ਉਹ ਤੁਹਾਨੂੰ ਉਹ ਦੱਸ ਪਾਉਂਦੇ ਆ, ਹਾਂਜੀ, ਤਾਂ ਉਹ ਜਿਹੜੇ ਹੈਗੇ ਆ ਜਾਂ ਤਾਂ ਉਹ ਪ੍ਰੋਫੈਸ਼ਨਲ ਡਾਕਟਰਸ ਨਹੀਂ ਹੁੰਦੇ ਜੀ, ਕੁਆਲੀਫਾਈਡ ਡਾਕਟਰਸ ਨਹੀਂ ਹੁੰਦੇ, ਹਾਂਜੀ, ਤੇ ਜਾਂ ਫਿਰ ਉੱਦਾਂ ਹੀ ਜਿਹੜੇ ਹੈਗੇ ਆ ਉਹ ਖੋਖੇ ਰੱਖ ਕੇ ਦੁਕਾਨਾਂ ਖੋਲ੍ਹ ਕੇ ਬੈਠੇ ਹੁੰਦੇ ਆ ਤੇ ਉਹ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਦਵਾਈਆਂ ਦੇਣ ਲੱਗ ਪੈਂਦੇ ਆ। ਤੇ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਨੁਕਸਾਨ ਵੀ ਬਹੁਤ ਹੁੰਦਾ। ਹਾਂਜੀ। ਤੇ ਉਹ ਜਿਹੜੀਆਂ ਬਿਮਾਰੀਆਂ ਅੱਗੇ ਵੱਧ ਜਾਂਦੀਆਂ, ਜ਼ਿਆਦਾ ਨੁਕਸਾਨ ਕਰ ਜਾਂਦੀਆਂ, ਘਰ ਕਰ ਜਾਂਦੀਆਂ। ਹਾਂਜੀ। ਤੇ ਫਿਰ ਹੋਰ ਜ਼ਿਆਦਾ ਉਹਨਾਂ 'ਤੇ ਖਰਚਾ ਆਉਂਦਾ। ਹੁਣ ਮੁੜ ਕੇ ਆਈਏ ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਕਿ ਜਿਹੜੀ ਹੈਗੀ ਆ ਆਪਣੇ ਜਿਹੜੇ ਉਹ ਪਛਾਈ ਪੇਪਰ ਹੈਗੇ ਆ, ਹਾਂਜੀ, ਉਹਨਾਂ ਦੇ ਵਿੱਚ ਜਿਹੜੀ ਵੀ ਉਹ ਜਾਣਕਾਰੀ ਹੁੰਦੀ ਆ ਜੀ, ਤੇ ਉਹ ਅਸੀਂ ਕੋਸ਼ਿਸ਼ ਤਾਂ ਜ਼ਰੂਰ ਕਰਦੇ ਹੈਗੇ ਆ, ਹਾਂਜੀ, ਤੇ ਲੇਕਿਨ ਉਹਨਾਂ ਦੇ ਵਿੱਚੋਂ ਆਮ ਕਰਕੇ ਬਹੁਤੇ ਜਿਹੜੇ ਜਾਂ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਤੇ ਜਾਂ ਜਿਹੜੇ ਇਲਾਜ ਹੁੰਦੇ ਆ ਉਹ ਇਸ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੁੰਦੇ ਜੀ। ਤਾਂ ਸਾਨੂੰ ਬੜੇ ਸਾਵਧਾਨੀ ਦੇ ਨਾਲ ਉਹ ਵਰਤਣੇ ਚਾਹੀਦੇ ਆ। ਤੇ ਕਈ ਵਾਰੀ ਤਾਂ ਇੱਦਾਂ ਵੀ ਹੁੰਦੀ ਆ ਕਿ ਕਈ ਤੇ ਲੋਕੀ ਉਹ ਜਿਹੜੀਆਂ ਦਵਾਈਆਂ ਖਾਣ ਲੱਗ ਪੈਂਦੇ ਆ ਤੇ ਜਿਹੜੀ ਐਲੋਪੈਥੀ ਦੀ ਦਵਾਈ ਹੁੰਦੀ ਉਹ ਬੰਦ ਕਰ ਦਿੰਦੇ ਆ ਬਿਲਕੁਲ ਹੀ। ਹਾਂਜੀ। ਤੇ ਮੈਂ ਇਹ ਵੀ ਨੋਟਿਸ ਕੀਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਕਿ ਕਈ ਸਾਰੀਆਂ ਮੌਤਾਂ ਵੀ ਹੋਈਆਂ, ਹਾਂਜੀ, ਜਦੋਂ ਕਿ ਉਹਨਾਂ ਨੇ ਡਾਕਟਰਾਂ ਦਾ ਕਹਿਣਾ ਨਹੀਂ ਮੰਨਿਆ ਜੀ। ਤੇ ਕਈ ਜਿਹੜੇ ਸੀਗੇ ਉਹ ਕਿਡਨੀ ਪੇਸ਼ੈਂਟ, ਕਮ ਸੇ ਕਮ ਮੈਂ 2 ਕਿਡਨੀ ਪੇਸ਼ੈਂਟ ਨੂੰ ਜਾਣਦੇ, ਹਾਂਜੀ, ਜਿਨ੍ਹਾਂ ਨੇ ਕਿ ਜਾਂ ਕਹਿ ਲਓ ਕਿ ਝਾੜਾ ਕਰਵਾਉਣਾ, ਟੂਣਾ ਟਾਮਣ ਕਰਕੇ ਤੇ ਜਿੱਥੇ ਕਿ ਇਸ ਤਰ੍ਹਾਂ ਦੇ ਤਰੀਕੇ ਜਿਹੜੇ ਹੈਗੇ ਆ ਉਹ ਬਦਲਣ ਲੱਗ ਪਏ। ਹਾਂਜੀ। ਤਾਂ ਇੱਕ ਮੈਂ ਤੁਹਾਡੇ ਨਾਲ ਇੰਸੀਡੈਂਟ ਸ਼ੇਅਰ ਕਰਨਾ ਜਿੱਥੇ ਕਿ ਮੈਂ ਖੁਦ ਮੈਨੂੰ ਉਹਨਾਂ ਨੇ ਆਪਣੇ ਘਰ ਸੱਦਿਆ, ਹਾਂਜੀ, ਕਿ ਉਹ ਬੜੀ ਸੋਹਣੀ ਉਹ ਆਪਣੇ ਕਿਡਨੀ ਪ੍ਰੋਬਲਮ ਦੇ ਵਾਸਤੇ ਦਵਾਈ ਖਾ ਰਹੇ ਸੀ, ਠੀਕ ਆ, ਤੇ ਉਹਨਾਂ ਨੇ ਇੱਕ ਬਾਬਾ ਸੱਦਿਆ, ਉਹਨਾਂ ਨੇ ਅਰਦਾਸਾਂ ਵਗੈਰਾ ਕੀਤੀਆਂ ਤੇ ਜਾਂ ਕੁਛ ਜੋ ਕੁਝ ਮੈਂ ਦੇਖਿਆ ਉਹ ਸਿਰਫ ਜਿਸ ਤਰ੍ਹਾਂ ਜਿੱਦਾਂ ਜਾਦੂ ਕਰਦੇ ਹੁੰਦੇ ਕੁਝ ਪੜ੍ਹ ਕੇ ਤੇ ਉਹ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਬਾਅਦ ਵਿੱਚ ਰਾਖ ਦਿੱਤੀ ਕਿ ਆਹ ਰਾਖ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਦੇ ਕੇ ਇੰਨੀ ਵਾਰੀ ਇੱਦਾਂ ਪਿਲਾਓ ਤੇ ਥੋੜ੍ਹੇ ਚਿਰ ਬਾਅਦ ਜਿਹੜਾ ਸੀਗਾ ਉਹ ਮਰੀਜ਼ ਉਹਦੀ ਮੌਤ ਵੀ ਹੋ ਗਈ। ਅੱਛਾ ਜੀ। ਤੇ ਸੋ ਇਸ ਤਰ੍ਹਾਂ ਦੇ ਵੀ ਜਿਹੜੀਆਂ ਉਹ ਗੱਲਾਂ ਹੁੰਦੀਆਂ ਤੇ ਇਹਨਾਂ ਤੋਂ ਸਾਨੂੰ ਬੜੇ ਸਾਵਧਾਨ ਰਹਿਣਾ ਚਾਹੀਦਾ। ਬਿਲਕੁਲ। ਤਾਂ ਕਿ ਅਸੀਂ ਜਿਹੜੀ ਹੈਗੀ ਹੈ ਜਿਹੜੀ ਕੋਈ ਵੀ ਤੁਸੀਂ ਦਵਾਈ ਖਾਣੀ ਆ ਜਾਂ ਤੁਸੀਂ ਹੋਰ ਜੇ ਤੁਸੀਂ ਚਾਹੁੰਦੇ ਆ ਕਿ ਇਹਦਾ ਜਿਹੜਾ ਹੈਗਾ ਮੈਂ ਹੋਰ ਟਰਾਈ ਕਰਨੀ ਆ, ਆਪਣੇ ਡਾਕਟਰ ਦੇ ਨਾਲ ਜ਼ਰੂਰ ਗੱਲਬਾਤ ਕਰ ਲੈਣੀ ਚਾਹੀਦੀ ਹੈ, ਸਲਾਹ ਲੈਣੀ ਚਾਹੀਦੀ ਆ। ਹਾਂਜੀ ਹਾਂਜੀ। ਅਸਲ 'ਚ ਬਲਵੀਰ ਜੀ ਕਰਕੇ ਜਿਹੜੀ ਅੱਜ ਆਪਾਂ ਗੱਲ ਸ਼ੁਰੂ ਕੀਤੀ ਆ ਜੀ, ਇਹਨਾਂ ਸੰਸਥਾਵਾਂ ਦੇ ਪਿੱਛੇ ਜਿਹੜਾ ਹੈਗਾ ਇਹ ਬਹੁਤ ਵੱਡਾ ਇਤਿਹਾਸ ਪਿਆ ਜੀ। ਮੇਰਾ ਕੁਛ ਸਮਾਂ ਪਹਿਲਾਂ ਪੜ੍ਹਦਿਆਂ ਦੇ ਵਿੱਚ ਧਿਆਨ ਦੇ ਵਿੱਚ ਆਇਆ ਕਿ ਇੱਥੇ ਇੱਕ ਹੋਰ ਆਰਗੇਨਾਈਜੇਸ਼ਨ ਹੈਗੀ ਆ ਜਿਹਨੂੰ ਰੋਇਲ ਫਾਰਮਾਸਿਊਟੀਕਲ ਸੁਸਾਇਟੀ ਕਹਿੰਦੇ ਆ, ਫਾਰਮਾ ਸੁਸਾਇਟੀ ਕਹਿੰਦੇ ਆ, RPS ਕਰਕੇ ਉਹ ਜਾਣੀ ਜਾਂਦੀ ਆ। ਉਹ 1841 ਦੇ ਵਿੱਚ ਹੋਂਦ ਵਿੱਚ ਆਈ ਸੀ ਜੀ, ਜਿਹੜੀ ਕਿ ਹੋਰ 20 ਸਾਲਾਂ ਨੂੰ ਘੱਟੋ ਘੱਟ ਉਹਨੂੰ 200 ਸਾਲ ਜਿਹੜਾ ਆ ਉਹ ਹੋ ਜਾਣਾ। ਸੋ ਜਿਹੜੀ ਉਹ RPA ਆ ਉਹ ਜਿਹੜੇ ਖਾਸ ਕਰਕੇ ਕੈਮਿਸਟ ਜਿਹੜੇ ਟ੍ਰੇਨਡ ਹੈਗੇ ਆ, ਜਿਹੜੇ ਰਸਾਇਣ ਵਿਗਿਆਨੀ ਟ੍ਰੇਨਡ ਹੈਗੇ ਆ, ਉਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੜਤਾਲ ਕਰਦੇ ਆ। ਹਾਂਜੀ। ਸੋ ਜਿਹਨਾਂ ਦਵਾਈਆਂ ਦੀ ਅਸੀਂ ਗੱਲ ਕਰਦੇ ਹਾਂ, ਸੋ ਉਹ ਵੀ MHRA ਦੇ ਨਾਲ ਜਿਹੜਾ ਹੈਗਾ ਕੰਮ ਕਰਦੀ ਹੈਗੀ ਆ ਤਾਂ ਕਿ ਉਹ ਆਪਣੀ ਜਿਹੜੀ ਉਹਨਾਂ ਦੀ ਐਕਸਪਰਟੀਜ਼ ਹੈਗੀ ਆ, ਉਹਨਾਂ ਦਾ ਜਿਹੜਾ ਸਪੈਸ਼ਲਿਜ਼ਮ ਹੈਗਾ ਆ, ਮਹਾਰਤ ਹੈਗੀ ਆ, ਉਹ ਉਹਨਾਂ ਦੇ ਨਾਲ ਸਾਂਝਾ ਕਰਨ ਤਾਂ ਕਿ ਉਹ ਜਿਹੜੀਆਂ ਦਵਾਈਆਂ ਦੀ ਸੇਫਟੀ ਆ ਉਹਨੂੰ ਜਿਹੜਾ ਆ ਉਹ ਸਰਟਨ ਕੀਤਾ ਜਾ ਸਕੇ, ਮੇਕ ਸ਼ੋਰ ਕੀਤਾ ਜਾ ਸਕੇ ਕਿ ਉਹ ਜਿਹੜੀ ਗੱਲ ਤੁਸੀਂ ਟੱਚ ਅਪੋਨ ਕੀਤੀ ਆ, ਤੁਸੀਂ ਛੋਈ ਆ ਜੀ ਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਹੈਗੇ ਆ ਉਹ ਸੁਣੀ ਸੁਣਾਈ ਗੱਲ ਨੂੰ ਫੋਲੋ ਕਰਦੇ ਆ ਔਰ ਉਹਦਾ ਉਹਨਾਂ ਨੂੰ ਨੁਕਸਾਨ ਵੀ ਹੁੰਦਾ ਜੀ। ਔਰ ਮੇਰੇ ਧਿਆਨ ਦੇ ਵਿੱਚ ਜਿਹੜੀ ਗੱਲ ਆਈ ਆ ਉਹ ਇਹ ਕਿ ਜਿਹੜਾ ਬੰਦਾ ਤੁਹਾਨੂੰ ਸਲਾਹ ਦਿੰਦਾ ਕਿ ਤੁਸੀਂ ਜੋ ਫਲਾਨੀ ਦਵਾਈ ਜਿਹੜੀ ਹੈਗੀ ਆ ਜਾਂ ਫਲਾਨੇ ਬੰਦੇ ਕੋਲ ਜਾ ਕੇ ਟਰਾਈ ਕਰੋ, ਉਹਨਾਂ ਨੇ ਖੁਦ ਆਪ ਨਹੀਂ ਕੀਤੀ ਹੁੰਦੀ। ਬਿਲਕੁਲ। ਉਹਨਾਂ ਨੇ ਕਿਸੇ ਕੋਲੋਂ ਸੁਣੀ ਹੁੰਦੀ ਆ, ਉਹ ਆਪਣੀ ਵਿਦਵਤਾ ਜ਼ਾਹਰ ਕਰਨ ਦੇ ਲਈ, ਆਪਣੇ ਆਪ ਨੂੰ ਗਿਆਨਵਾਨ ਸਾਬਤ ਕਰਨ ਦੇ ਲਈ ਉਹ ਦੂਸਰੇ ਬੰਦੇ ਕੋਲ ਉਹ ਸਲਾਹ ਜਿਹੜੀ ਆ ਬਿਨਾਂ ਸੋਚਿਆਂ ਸਮਝਿਆਂ ਉਹ ਗਾਹਾਂ ਕਰ ਦਿੰਦੇ ਆ। ਹਾਂਜੀ। ਇਹ ਨਵਦੀਪ ਜੀ ਮੈਂ ਇਹ ਵੀ ਗੱਲ ਮੇਰੇ ਨੋਟਿਸ ਦੇ ਵਿੱਚ ਆਈ ਜੀ ਕਿ ਕਈ ਦਫਾ ਤਾਂ
ਬਹੁਤ ਸਾਰੇ ਲੋਕੀ ਡਾਕਟਰ ਦੇ ਜਾਂਦੇ ਆ, ਹਾਂਜੀ, ਉਹ ਕਹਿੰਦੇ ਆ ਜੀ ਕਿ ਮੇਰਾ ਸਿਰ ਦੁਖਦਾ ਤੇ ਦੇਬੋ ਨੂੰ ਤੁਸੀਂ ਪੀਲੇ ਪੱਤੇ ਦੀ ਦਵਾਈ ਦਿੱਤੀ ਸੀ, ਹਾਂਜੀ, ਉਹ ਜਿਹੜੀ ਪੀਲੇ ਪੱਤੇ ਵਾਲੀਆਂ ਗੋਲੀਆਂ ਉਹੀ ਮੈਨੂੰ ਦਿਓ, ਹਾਂਜੀ। ਜਿੰਨੀ ਦੇਰ ਤੱਕ ਉਹਨਾਂ ਨੂੰ ਪੀਲੇ ਪੱਤੇ ਵਾਲੀ ਗੋਲੀ ਨਹੀਂ ਮਿਲਦੀ, ਹਾਂਜੀ, ਉਹਨਾਂ ਦਾ ਸਿਰ ਦਰਦ ਨਹੀਂ ਠੀਕ ਹੁੰਦਾ, ਉਹਨਾਂ ਦਾ ਸਿਰ ਦਰਦ ਨਹੀਂ ਠੀਕ ਹੁੰਦਾ। ਹਾਂਜੀ, ਹਾਂ। ਤੇ ਕਈ ਵਾਰੀ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਦੋਂ ਤੁਹਾਨੂੰ ਪਤਾ ਲੱਗਦਾ ਕਿ ਇਦਾਂ ਦੇ ਵੀ ਜਿਹੜੇ ਮਰੀਜ਼ ਹੈਗੇ, ਹਾਂਜੀ, ਉਹ ਵੀ ਆਉਂਦੇ ਆ। ਬਿਲਕੁਲ। ਸੋ ਸਾਨੂੰ ਇਦਾਂ ਦੀਆਂ ਗੱਲਾਂ ਤੋਂ ਜਿਹੜਾ ਹੈਗਾ ਆ ਉਹ ਬਚਣਾ ਚਾਹੀਦਾ ਹੈਗਾ। ਤੁਹਾਨੂੰ ਸਲਾਹ ਕੌਣ ਦੇ ਰਿਹਾ ਜੀ, ਉਹਦੇ ਕੋਲ ਕਿੰਨਾ ਕੁ ਗਿਆਨ ਹੈ, ਔਰ ਉਹ ਕਿਸ ਆਧਾਰ 'ਤੇ ਤੁਹਾਨੂੰ ਉਹ ਗਿਆਨ ਦੇ ਰਿਹਾ ਹੈਗਾ ਜਾਂ ਤੁਹਾਨੂੰ ਸਲਾਹ ਦੇ ਰਿਹਾ, ਇਹ ਜਾਣਨਾ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ। ਇਹਦੇ ਨਾਲ ਲੱਗਦੀ ਜਿਹੜੀ ਗੱਲ ਹੈਗੀ ਆ ਕਿ ਅੱਜ ਕੱਲ੍ਹ ਜਿਹੜੇ ਹੈਗੇ ਆ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਅਸੀਂ ਪਲ ਪਲ ਦੀਆਂ ਖਬਰਾਂ ਇੱਧਰੋਂ ਉੱਧਰੋਂ ਸਾਨੂੰ ਮਿਲਦੀਆਂ ਰਹਿੰਦੀਆਂ, ਸੋਸ਼ਲ ਮੀਡੀਆ ਦੇ ਥਰੂ ਹੈਗੇ ਆ, ਸਾਡੇ ਫੋਨ ਇੰਨੇ ਹੋ ਗਏ ਵਧੀਆ ਕਿ ਜਿੱਥੇ ਸਾਨੂੰ ਅਸੀਂ ਸੁਨੇਹੇ ਇੱਕ ਦੂਸਰੇ ਨੂੰ ਝੱਟ ਭੇਜ ਸਕਦੇ ਹਾਂ। ਔਰ ਬਹੁਤੀ ਵਾਰੀ ਜਿਹੜੇ ਸੁਨੇਹੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਆਉਂਦੇ ਆ, ਉਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਉਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ, ਉਹਦੇ ਪਿੱਛੇ ਕੋਈ ਖੋਜ ਨਹੀਂ ਹੁੰਦੀ, ਉਹਦੇ ਪਿੱਛੇ ਕੋਈ ਸੰਸਥਾ ਨਹੀਂ ਹੁੰਦੀ ਜਿਹੜੀ ਉਸ ਗੱਲ ਨੂੰ ਵੈਰੀਫਾਈ ਕਰਦੀ ਆ। ਸੋ ਇਸ ਕਰਕੇ ਸਾਡਾ ਹੋਰ ਵੀ ਇਹ ਜ਼ਰੂਰੀ ਬਣ ਜਾਂਦਾ ਕਿ ਜਿਹੜੀਆਂ ਇੱਦਾਂ ਦੀਆਂ ਸੰਸਥਾਵਾਂ ਹੈਗੀਆਂ MHRA ਵਰਗੀਆਂ, ਅਸੀਂ ਇਹਨਾਂ ਬਾਰੇ ਜਾਣੀਏ। ਅੱਛਾ ਬਲਵੀਰ ਜੀ, ਇਹਨਾਂ ਦੀ ਜਿਹੜੀ MHRA ਦੀ ਭੂਮਿਕਾ ਕੋਵਿਡ ਦੇ ਦੌਰਾਨ ਕੀ ਰਹੀ ਹੈਗੀ ਆ, ਕਰਕੇ ਬਹੁਤ ਸਾਰੇ ਸਾਡੇ ਭੈਣ ਭਰਾ ਹੈਗੇ ਆ ਜਾਂ ਹਾਲੇ ਵੀ ਸੋਚਦੇ ਹੈਗੇ ਕਿ ਜਿਹੜਾ ਕੋਵਿਡ ਦਾ ਵੈਕਸੀਨ ਨਿਕਲਿਆ ਹੈਗਾ, ਉਹ ਜੀ ਬਹੁਤ ਕਾਹਲੀ ਕੀਤੀ ਆ, ਉਹ ਜੀ ਇਹਨਾਂ ਨੇ ਚੰਗੀ ਤਰ੍ਹਾਂ ਚੈੱਕ ਨਹੀਂ ਕੀਤਾ, ਉਹਦੇ ਨੁਕਸਾਨ ਬਹੁਤ ਹੋ ਰਹੇ ਆ। ਉਹਦੇ ਬਾਰੇ ਤੁਸੀਂ MHRA ਦਾ ਕੋਈ ਵਿਊ ਜਿਹੜਾ ਹੈਗਾ, ਹਾਂਜੀ, ਉਹ ਤੁਸੀਂ ਸਾਡੇ ਭੈਣ ਭਰਾਵਾਂ ਨਾਲ ਸਾਂਝਾ ਕਰੋ ਕਿ ਉਹ ਇਹਦੇ ਬਾਰੇ ਕੀ ਸੋਚਦੇ ਆ ਕਿ ਇਹਦੇ ਪਿੱਛੇ ਜਿੰਨੀ ਖੋਜ ਹੋਣੀ ਚਾਹੀਦੀ ਸੀ ਉਹ ਖੋਜ ਹੋਈ ਆ, ਜਿਹੜੀਆਂ ਪ੍ਰੀਕਾਸ਼ਨਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸੀਗੀਆਂ ਉਹ ਵਰਤੀਆਂ ਗਈਆਂ ਹੈਗੀਆਂ, ਔਰ ਉਹਦੇ ਤੋਂ ਬਾਅਦ ਹੀ ਸੇਫਟੀ ਸਰਟੀਫਿਕੇਟ ਉਹਨੂੰ ਜਿਹੜਾ ਹੈਗਾ ਉਹ ਮਿਲਿਆ ਹੈਗਾ। ਇਹਦੇ ਬਾਰੇ ਅਗਰ ਤੁਸੀਂ ਸਾਡੇ ਨਾਲ ਥੋੜ੍ਹਾ ਜਿਹਾ ਕੁਝ ਸਾਂਝਾ ਕਰੋ ਤਾਂ ਮੇਰੇ ਖਿਆਲ ਸਾਡੇ ਭੈਣ ਭਰਾਵਾਂ ਨੂੰ ਇਹਦੇ ਬਾਰੇ ਜਾਣ ਕੇ ਫਾਇਦਾ ਹੋਊਗਾ। ਜੀ ਨਵਦੀਪ ਜੀ, ਜਿੱਥੇ ਤੱਕ ਮੇਰਾ ਆਪਣਾ ਖਿਆਲ, ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਆ, ਇੱਕ ਸਾਇੰਟੀਫਿਕ ਮਾਈਂਡ ਰੱਖਦੇ ਹੋਏ, ਹਾਂਜੀ, ਜਦੋਂ ਤੁਸੀਂ ਇਹਦੇ ਬਾਰੇ ਸੋਚ ਵਿਚਾਰ ਕਰਦੇ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਹਾਂਜੀ, ਕਿ ਇਸ ਮੁਲਕ ਦੇ ਵਿੱਚ ਇੰਨਾ ਕੁ ਨੌਲੇਜ, ਇੰਨੀ ਕੁ ਚੇਤਨਤਾ ਇਹ ਇੰਨੀ ਕੁ ਜ਼ਰੂਰ ਹੈਗੀ ਆ, ਹਾਂਜੀ, ਕਿ ਕੋਈ ਵੀ ਜਿਹੜੀ ਤੁਸੀਂ ਦਵਾਈ ਜਿਹੜੀ ਆ ਉਹ ਤੁਸੀਂ ਦੇਣੀ ਸ਼ੁਰੂ ਕਰਨੀ ਆ, ਹਾਂਜੀ, ਤਾਂ ਲੋਕਾਂ ਦੇ ਵਿੱਚ ਲਿਆਉਣੀ ਆ, ਤੇ ਉਹਦੀ ਜਿਹੜੀ ਹੈਗੀ ਆ ਪੂਰੀ ਜਿੰਨੀ ਕੁ ਵਾਜਬ ਉਹ ਟੈਸਟਿੰਗ ਹੋ ਸਕਦੀ ਆ, ਹਾਂਜੀ, ਤੇ ਉਹ ਪੂਰੀ ਹੋਵੇ ਜੀ, ਤਾਂ ਇਹ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਜਿਹੜੀਆਂ ਫੈਸਿਲਿਟੀਜ਼ ਹੈਗੀਆਂ, ਸੁਵਿਧਾਵਾਂ ਹੈਗੀਆਂ, ਜਿੱਥੋਂ ਵੀ ਇਹਨਾਂ ਨੂੰ ਮਿਲਦੀ ਆ ਜੀ, ਤਾਂ ਇਸ ਮੁਲਕ ਦੇ ਵਿੱਚ ਉਹ ਵਾਕਿਆ ਉਹ ਸਾਰੀ ਉਹ ਯੂਜ਼ ਕਰਦੇ ਆ, ਹਾਂਜੀ, ਤਾਂ ਨੋ ਡਾਊਟ ਜਿਹੜੀਆਂ ਹੋਰ ਵੀ ਜਿਹੜੀ ਮੈਡੀਕਲ ਕੰਪਨੀਜ਼ ਹੈਗੀਆਂ, ਹਾਂਜੀ, ਬਾਕੀ ਦੇ ਮੁਲਕਾਂ ਦੇ ਵਿੱਚ, ਤਾਂ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਟੈਸਟਿੰਗ ਜਾਂ ਜਿੱਦਾਂ ਵੀ ਜਿਹੜਾ ਸਿਸਟਮ ਹੈਗਾ, ਹਾਂਜੀ, ਉਹਦੇ ਮੁਤਾਬਕ ਜ਼ਰੂਰ ਪੂਰੀ ਟੈਸਟਿੰਗ ਕਰਕੇ ਜੀ ਉਹ ਜਿਹੜੀਆਂ ਦਵਾਈਆਂ ਨੂੰ ਅੱਗੇ ਲਿਆਉਂਦੇ ਆ। ਤੇ ਜੇ ਆਪਾਂ ਹੁਣ ਗੱਲ ਕਰੀਏ ਕਿ ਇਹ ਜਿਹੜੇ ਵੈਕਸੀਨਸ ਹੈਗੇ ਆ, ਹਾਂਜੀ, ਜਿਸ ਤਰ੍ਹਾਂ ਹੁਣ ਮਿਸਾਲ ਦੇ ਤੌਰ 'ਤੇ ਇਸ ਮੁਲਕ ਦੇ ਵਿੱਚ ਇੱਥੇ ਇੱਕ ਜਿਹੜਾ ਫਾਈਜ਼ਰ ਵਾਲਿਆਂ ਦਾ ਵੈਕਸੀਨ ਹੈਗਾ ਜੀ, ਤੇ ਇੱਕ ਆਸਟਰਾਜ਼ੇਨੇਕਾ ਵਾਲਿਆਂ ਦਾ, ਹਾਂਜੀ, ਜਿਹੜਾ ਉਹ ਵੈਕਸੀਨ ਹੈਗਾ ਜੀ, ਤੇ ਇੱਕ ਤੀਜਾ ਮੋਡਰਨਾ ਦਾ ਜਿਹੜਾ ਉਹ ਵੈਕਸੀਨ ਹੈਗਾ ਜੀ, ਤੇ ਉਹ ਲਾਇਆ ਜਾਂਦਾ, ਹਾਂਜੀ। ਤੇ ਮੈਂ ਪੜ੍ਹਦਾ ਸੀ ਕਿ ਜਿਹੜਾ ਆਸਟਰਾਜ਼ੇਨੇਕਾ ਦਾ ਜਿਹੜਾ ਵੈਕਸੀਨ ਹੈਗਾ, ਹਾਂਜੀ, ਤੇ ਕਿਉਂਕਿ ਜਿਸ ਵੇਲੇ ਜਿਹੜਾ ਸੀਗਾ ਪੀਕ ਦੇ ਉੱਤੇ ਕਰੋਨਾ ਦਾ ਦੌਰ ਸੀਗਾ, ਉਸ ਵੇਲੇ ਵੈਕਸੀਨਾਂ ਦੀ ਇੰਨੀ ਮਤਲਬ ਜ਼ਰੂਰਤ ਸੀਗੀ, ਲੋੜ ਸੀਗੀ ਜੀ, ਕਿਉਂਕਿ ਇਹ ਬਹੁਤ ਵੱਧ ਰਿਹਾ ਸੀਗਾ ਤੇ ਕੰਟਰੋਲ ਦੇ ਵਿੱਚ ਲਿਆਉਣ ਦੇ ਲਈ ਤਾਂ ਪੂਰੀ ਆਪਣੀ ਕੋਸ਼ਿਸ਼ ਕੀਤੀ, ਹਾਂਜੀ, ਤਾਂ ਉਹਦੀ ਜਿਹੜੀ ਟੈਸਟਿੰਗ ਸੀਗੀ ਉਹ ਮੈਂ ਪੜ੍ਹਿਆ ਕਿ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੇ ਉਹ ਪੂਰੀ ਮੁਕੰਮਲ ਕੀਤੀ ਆਸਟਰਾਜ਼ੇਨੇਕਾ ਦੀ। ਅੱਛਾ ਜੀ। ਤੇ ਲੇਕਿਨ ਇੱਦਾਂ ਨਹੀਂ ਗਾ ਕਿ ਇੱਕ ਹਫ਼ਤੇ ਦੇ ਵਿੱਚ ਕਰਨੇ ਦੇ ਵਾਸਤੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹਦੇ ਵਿੱਚ ਉਹਨਾਂ ਨੇ ਸ਼ਾਰਟਕਟਸ ਕਰ ਦਿੱਤੀਆਂ ਤੇ ਜਾਂ ਉਹਦੀ ਪੂਰੀ ਟੈਸਟਿੰਗ ਨਹੀਂ ਕੀਤੀ, ਹਾਂਜੀ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਅਸੀਂ ਉਹਦੇ ਜਿਹੜੇ ਨਫੇ ਨੁਕਸਾਨ ਦੇਖਦੇ ਹਾਂ, ਹਾਂਜੀ, ਕਿ ਇਹਦੇ ਨੁਕਸਾਨ ਕਿੰਨੇ ਕੁ ਹੈਗੇ ਆ ਜੀ, ਤੇ ਦੂਜੇ ਪਾਸੇ ਜਿਹੜਾ ਕਰੋਨਾ, ਨਵਦੀਪ ਜੀ, ਜਿੱਥੇ ਤੱਕ ਮੈਨੂੰ ਪਤਾ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਜੀ, ਤਾਂ ਲੇਕਿਨ ਜਿਹੜੀ ਇਹਦੇ ਕਈ ਸਾਰੇ ਰੂਪ ਜਿਹੜੇ ਹੈਗੇ ਉਹ ਪਹਿਲਾਂ ਵੀ ਆ ਚੁੱਕੇ ਆ, ਬਿਲਕੁਲ। ਤੇ ਇੱਕ ਦੂਸਰੀ ਇਹ ਮੈਂ ਨੋਟਿਸ ਕੀਤੀ ਆ ਕਿ ਜਿਹੜੇ ਕਰੋਨਾ ਦੀਆਂ ਸਿੰਪਟਮਸ ਹੈਗੀਆਂ, ਹਾਂਜੀ, ਉਹ ਜਿਸ ਤਰ੍ਹਾਂ ਕਿ ਸਟਰੋਂਗ ਫਲੂ ਹੁੰਦਾ ਹੈਗਾ, ਹਾਂਜੀ, ਜਿਸ ਤਰ੍ਹਾਂ ਟੈਂਪਰੇਚਰ ਹੋ ਗਿਆ ਤੁਹਾਨੂੰ
ਸਿਰ ਦੁਖਣਾ ਹੋ ਗਿਆ, ਖੰਘ ਹੋ ਗਈ, ਸੌ ਥਰੋਟ ਵਗੈਰਾ ਹੋ ਗਿਆ, ਹਾਂਜੀ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਤੁਹਾਨੂੰ ਜਿਹੜੀਆਂ ਸਿੰਪਟਮਸ ਉਹ ਦੇਖਣ ਨੂੰ ਮਿਲਦੀਆਂ। ਹਾਂਜੀ। ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਵੀ ਜਿਹੜਾ ਹੈਗਾ ਜਿਸ ਵੇਲੇ ਇੱਕ ਵਾਰੀ ਤੁਸੀਂ ਉਹ ਪੋਜ਼ਿਟਿਵ ਹੋ ਗਿਆ, ਹਾਂਜੀ, ਤੇ ਉਹ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਾਲ ਉਹ ਖਿਆਲ ਰੱਖਣਾ ਪੈਂਦਾ। ਲੇਕਿਨ ਬਹੁਤ ਸਾਰੇ ਜਿਹੜੇ ਬੰਦੇ ਆ ਉਹ ਇਹ ਸੋਚ ਕੇ ਕਿ ਇਹ ਜਿਹੜੇ ਸਾਈਡ ਇਫੈਕਟਸ ਉਹ ਜ਼ਿਆਦਾ ਹੈ ਤੇ ਉਹ ਇਹ ਵੈਕਸੀਨ ਲਵਾ ਨਹੀਂ ਰਹੇ। ਹਾਂਜੀ। ਤੇ ਇਹ ਵੀ ਮੈਂ ਗੱਲ ਨੋਟਿਸ ਕੀਤੀ ਹੈ ਕਿ ਜਿਸ ਵੇਲੇ ਫਿਰ ਉਹਨਾਂ ਨੂੰ ਜੇ ਉਹ ਕਰੋਨਾ ਪੋਜ਼ਿਟਿਵ ਹੋ ਜਾਣ, ਹਾਂਜੀ, ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਇੰਨਾ ਐਡਵਰਸ ਇੰਨਾ ਜ਼ਿਆਦਾ ਇਫੈਕਟ ਕਰਦੀ ਆ, ਤੇ ਉਹ ਬਹੁਤ ਹੀ ਜ਼ਿਆਦਾ ਹੁੰਦਾ ਉਹਦੇ ਨਾਲ ਕੰਪੇਅਰ ਕੀਤੇ ਤੇ ਜਿਨ੍ਹਾਂ ਨੇ ਉਹ ਟੀਕੇ ਲਵਾਏ ਹੈਗੇ ਆ। ਹਾਂਜੀ। ਤੇ ਜਿਨ੍ਹਾਂ ਨੇ ਟੀਕੇ ਲਵਾਏ ਆ, ਜਿਨ੍ਹਾਂ ਨੇ ਟੀਕੇ ਲਵਾਏ ਆ ਉਹਨਾਂ ਨੂੰ ਜਰਾ ਬਹੁਤ ਘੱਟ ਮਾਈਲਡ ਜਿਹੜਾ ਅਸਰ ਉਹਨਾਂ ਦੇ ਉੱਤੇ ਹੁੰਦਾ। ਹਾਂਜੀ। ਤਾਂ ਜਿਨ੍ਹਾਂ ਨੇ ਨਹੀਂ ਲਵਾਏ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਇਫੈਕਟ ਹੋ ਜਾਂਦਾ, ਜਿਹਦੇ ਕਿ ਹੋਰ ਵੀ ਫਿਰ ਜਿਸ ਤਰ੍ਹਾਂ ਜਿੱਦਾਂ ਨੁਕਸਾਨ, ਡੂੰਘੇ ਨੁਕਸਾਨ ਜਿਹੜੇ ਉਹਦੇ ਉਹ ਹੋ ਸਕਦੇ ਆ। ਬਿਲਕੁਲ। ਤੇ ਇਸ ਕਰਕੇ ਸਾਨੂੰ ਜਿਹੜੇ ਹੈਗੇ ਆ ਆਪਣੇ ਡਾਕਟਰ ਦੇ ਨਾਲ ਜਿਹੜੀ ਆਪਣੀ ਫਿਕਰਮੰਦੀ ਉਹ ਕਲੀਅਰ ਕਰਕੇ ਤੇ ਜ਼ਰੂਰ ਜਿਹੜੇ ਸਾਰਿਆਂ ਨੂੰ ਉਹ ਟੀਕੇ ਲਵਾਉਣੇ ਚਾਹੀਦੇ ਆ। ਹਾਂਜੀ। ਤਾਂ ਉਹਨਾਂ ਦੇ ਵਿੱਚ ਭਰੋਸਾ ਰੱਖਣਾ ਚਾਹੀਦਾ। ਬਿਲਕੁਲ। ਤਾਂ ਹੀ ਸਾਡਾ ਜਿਹੜਾ ਹੈਗਾ ਸਾਰਿਆਂ ਦਾ ਉਹਦੇ ਵਿੱਚ ਉਹ ਬਚਾਅ ਹੋ ਸਕਦਾ। ਹਾਂਜੀ ਬਲਬੀਰ ਜੀ, ਜਦੋਂ ਅਸੀਂ ਬੈਠ ਕੇ ਇੱਥੇ ਇਹ ਗੱਲ ਕਰਦੇ ਹਾਂ ਕਿ ਸਾਨੂੰ ਉਹਨਾਂ 'ਤੇ ਭਰੋਸਾ ਰੱਖਣਾ ਚਾਹੀਦਾ ਜੀ, ਉਹ ਭਰੋਸਾ ਅਸੀਂ ਇਸ ਕਰਕੇ ਨਹੀਂ ਕਹਿ ਰਹੇ ਕਿ ਇਹ ਇੱਕ ਖਾਸ ਲੋਕਾਂ ਨੇ ਇਹ ਗੱਲ ਕਹੀ ਆ। ਹਾਂਜੀ। ਅਸੀਂ ਇਸ ਕਰਕੇ ਇਸ ਗੱਲ ਨੂੰ ਕਹਿ ਰਹੇ ਹਾਂ ਕਿ ਇਹਦੇ ਪਿੱਛੇ ਜਿਹੜੀ ਪੜਤਾਲ ਆ, ਹਾਂਜੀ, ਪੜਚੋਲ ਆ ਜੀ, ਔਰ ਇਹਦੇ ਜਿਹੜੇ ਪ੍ਰੂਫ ਆ, ਹਾਂਜੀ, ਉਹ ਬਿਲਕੁਲ ਕਲੀਅਰ ਕੱਟ ਜਿਹੜੇ ਹੈਗੇ ਆ ਉਹ ਦੇਖੇ ਜਾਂਦੇ ਆ। ਹਾਂਜੀ। ਜਿਹੜਾ ਪੁਆਇੰਟ ਤੁਸੀਂ ਰੇਜ਼ ਕੀਤਾ, ਮੈਂ ਚਾਹੁੰਦਾ ਕਿ ਮੈਂ ਥੋੜ੍ਹਾ ਜਿਹਾ ਇਹਨੂੰ ਕਲੀਅਰ ਕਰ ਦੇਵਾਂ। ਹੋ ਸਕਦਾ ਕਈ ਵਾਰੀ ਅਸੀਂ ਕੋਈ ਗੱਲ ਹੋਰ ਕਹਿੰਦੇ ਆ, ਹਾਂਜੀ, ਅਤੇ ਇਹ ਸਾਡੇ ਸੁਨੇਹਾ ਜਿਹੜਾ ਹੈਗਾ ਉਹ ਹੋਰ ਤਰ੍ਹਾਂ ਪਹੁੰਚਦਾ ਹੋ ਜਾਂਦਾ। ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਜਿਹੜਾ ਇਹ ਸਾਰੀ ਟੈਸਟਿੰਗ ਹੈ 7 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਪੂਰੀ ਕਰ ਲਈ ਕਰਕੇ ਉਹ ਐਮਰਜੈਂਸੀ ਸਿਚੁਏਸ਼ਨ ਬਣੀ ਸੀਗੀ। ਜੀ। ਮੇਰਾ ਖਿਆਲ ਤੁਹਾਡਾ ਕਹਿਣ ਦਾ ਮਤਲਬ ਇਹ ਸੀਗਾ, ਮੈਨੂੰ ਤੁਸੀਂ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਵਾਂ ਤੁਹਾਡੇ ਸਮਝਣ ਦੇ ਵਿੱਚ, ਇਹ ਨਹੀਂ ਕਿ ਉਹਨਾਂ ਨੇ 7 ਦਿਨਾਂ ਦੇ ਵਿੱਚ ਉਹ ਟੀਕਾ ਬਣਾ ਲਿਆ। ਜੀ ਬਿਲਕੁਲ। ਉਹਨਾਂ ਨੇ ਟੀਕਾ ਆਪਣੇ ਪੂਰੇ ਜਿੱਦਾਂ ਉਹਨਾਂ ਦਾ ਆਮ ਪ੍ਰੋਸੀਜਰ ਹੁੰਦਾ ਆ, ਹਾਂਜੀ, ਜਿਹੜੀ ਪੂਰੀ ਉਹਨਾਂ ਦੀ ਵਿਧੀ ਹੁੰਦੀ ਆ, ਉਹਦੇ ਮੁਤਾਬਕ ਉਹ ਬਣਾਇਆ ਗਿਆ। ਹਾਂਜੀ। ਪਰ ਜਿਹੜੇ ਉਹਦੇ ਐਵੀਡੈਂਸ ਚੈੱਕ ਕਰਨੇ ਹੁੰਦੇ ਆ, ਜਦੋਂ ਹਾਲਾਤ ਨੋਰਮਲ ਹੁੰਦੇ ਆ ਤਾਂ ਉਹ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਉਹ ਵਾਰੀ ਸਿਰ ਉਹਨਾਂ ਨੂੰ ਚੈੱਕ ਕਰਦੇ ਆ। ਬਿਲਕੁਲ। ਕਰਕੇ ਉਹ ਕੋਵਿਡ ਨੇ ਕਾਫੀ ਜਿਹੜਾ ਸੀਗਾ ਉਹ ਸਮੱਸਿਆ ਸਾਰਿਆਂ ਲਈ ਪੈਦਾ ਕੀਤੀ ਸੀ। ਹਾਂਜੀ। ਸੋ ਇਸ ਕਰਕੇ ਜਿਹੜਾ ਕੰਮ ਉਹਨਾਂ ਨੇ ਮੰਨ ਲਓ ਮਹੀਨਿਆਂ ਦੇ ਵਿੱਚ ਕਰਨਾ ਸੀ, ਚੈੱਕ ਕਰਨਾ ਸੀ, ਉਹਦੀ ਪੜਤਾਲ ਕਰਨੀ ਸੀ, ਉਹ ਉਹਨਾਂ ਨੇ ਵਾਧੂ ਬੰਦੇ ਲਾ ਕੇ ਬਿਲਕੁਲ ਉਹ 7 ਦਿਨ ਦੇ ਵਿੱਚ ਕੀਤੀ। ਸੋ ਇਹੀ ਗੱਲ ਮੇਰਾ ਖਿਆਲ ਤੁਸੀਂ ਜਿਹੜੀ ਸੀਗੀ ਪੁਆਇੰਟ ਨੁਕਤਾ ਜਿਹੜਾ ਸੀਗਾ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਸੀ। ਜੀ ਬਿਲਕੁਲ ਸਹੀ। ਹਾਂਜੀ। ਅੱਛਾ, ਤੁਹਾਡਾ ਬਹੁਤ ਧੰਨਵਾਦ ਹੈ ਬਲਬੀਰ ਜੀ ਇਸ ਲਈ ਕਿ ਇਹ ਆਪਾਂ ਜਿਹੜੀ ਗੱਲ ਹੈਗੀ ਆ ਕਲੀਅਰ ਕਰ ਲਈ ਹੈਗੀ ਆ। ਸੋ ਆਪਾਂ ਮੇਰੇ ਖਿਆਲ ਇਸ ਗੱਲ 'ਤੇ ਵੀ ਕੀਤਾ, ਜਿਹੜਾ ਪੁਆਇੰਟ ਹੈ ਇਹ ਨੋਟ ਕਰ ਲਿਆ ਹੈਗਾ ਕਿ ਕੋਈ ਵੀ ਦੇਸੀ ਦਵਾਈ, ਹੋਮੋਪੈਥੀ ਦਵਾਈ ਜਾਂ ਕੋਈ ਹੋਰ ਹਰਬਲ ਦਵਾਈ, ਉਹਨੂੰ ਜਿਹੜੀ ਕੋਵਿਡ ਦੇ ਲਈ ਮਾਨਤਾ ਨਹੀਂ ਮਿਲੀ, ਜਿਹੜੀ ਇਹ ਕਹਿੰਦੀ ਹੋਵੇ ਕਿ ਅਗਰ ਤੁਸੀਂ ਇਹ ਦਵਾਈ ਖਾਓ ਤਾਂ ਤੁਹਾਡਾ ਜਿਹੜਾ ਕੋਵਿਡ ਹੈਗਾ ਉਹ ਠੀਕ ਹੋ ਸਕਦਾ। ਜਿਹੜਾ ਇੱਕ ਪੱਖ ਹੋਰ ਸਾਡੇ ਧਿਆਨ ਦੇ ਵਿੱਚ ਨਹੀਂ ਰਹਿੰਦਾ, ਜਿਹੜੀ MHARA ਦੇਖਦੀ ਆ, ਉਹ ਇਹ ਕਿ ਇਹਦਾ ਸੋਸ਼ਲ ਐਸਪੈਕਟ ਕੀ ਹੈਗਾ, ਕਿ ਇਹਦਾ ਸਮਾਜਿਕ ਪੱਖ ਜਿਹੜਾ ਹੈਗਾ ਉਹ ਕੀ ਹੈਗਾ। ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਦਵਾਈ ਦੇ ਨਾਲ ਤੁਹਾਡੀ ਜਿਹੜੀ ਬਿਮਾਰੀ ਉਹ ਠੀਕ ਹੋ ਗਈ। ਸੋ ਬਹੁਤ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਹੈਗੇ ਉਹ ਇਸ ਔਖੀ ਸਥਿਤੀ ਦੇ ਵਿੱਚ ਹੀ ਨਿਕਲੇ ਆ, ਔਰ ਉਹਨਾਂ ਦਾ ਕੋਵਿਡ ਹੋਇਆ ਵੀ ਆ, ਉਹ ਕੋਵਿਡ ਤੋਂ ਉਹਨਾਂ ਨੂੰ ਠੀਕ ਵੀ ਹੋਇਆ। ਜਿਹੜੀ ਗੱਲ ਤੁਸੀਂ ਸ਼ੁਰੂ ਕਰਨ ਲੱਗੇ ਸੀ, ਜੇ ਆਪਾਂ ਉਹਦੇ ਵੱਲ ਨੂੰ ਆਈਏ, ਉਹ ਇਹ ਕਿ ਅਗਰ ਕੋਈ ਨੌਜਵਾਨ ਬੱਚਾ ਜਿਹੜਾ ਹੈਗਾ ਕਰਕੇ ਮੇਰੀ ਨਿਗਾਹ ਦੇ ਵਿੱਚ ਇਹ ਆਇਆ, ਮੇਰੇ ਧਿਆਨ ਦੇ ਵਿੱਚ ਇਹ ਗੱਲ ਆਈ ਹੈਗੀ ਆ ਕਿ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਕਾਫੀ ਭਰਮ ਭੁਲੇਖੇ ਇਸ ਨੂੰ ਲੈ ਕੇ ਹੈਗੇ ਆ, ਔਰ ਇਸ ਕਰਕੇ ਉਹ ਦਵਾਈ ਵਗੈਰਾ, ਇਹ ਵੈਕਸੀਨ ਦਾ ਜਿਹੜਾ ਟੀਕਾ ਉਹ ਨਹੀਂ ਲੈ ਰਹੇ ਹੈਗੇ। ਹਾਂਜੀ। ਸੋ ਇਹਦਾ ਇੱਕ ਪਾਸਾ ਇਹ ਵੀ ਹੈਗਾ ਕਿ ਅਗਰ ਤੁਸੀਂ ਇਹਦੇ ਨਾਲ ਬਿਮਾਰ ਹੁੰਦੇ ਆ, ਜਿਵੇਂ ਤੁਸੀਂ ਦੱਸਿਆ ਕਿ ਫਿਰ ਇਹਦੇ ਜਿਹੜੇ ਨੁਕਸਾਨ ਆ ਉਹ ਕਾਫੀ ਹੁੰਦੇ, ਤੁਹਾਡੀ ਸਿਹਤ 'ਤੇ ਕਾਫੀ ਅਸਰ ਹੁੰਦਾ, ਉਹਦੇ ਨਾਲ ਤੁਹਾਡੀ ਜੋਬ 'ਤੇ ਵੀ ਫਰਕ ਪੈ ਸਕਦਾ, ਤੁਹਾਡੀ ਆਪਣੀ ਨੋਰਮਲ ਜ਼ਿੰਦਗੀ ਜੀਣ 'ਤੇ ਵੀ ਫਰਕ ਪੈ ਸਕਦਾ, ਕਰਕੇ ਜਿਹਨੂੰ ਲੌਂਗ ਕੋਵਿਡ ਕਿਹਾ ਜਾਂਦਾ। ਸੋ ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਕੁਝ ਸਾਂਝਾ ਕਰਨਾ ਚਾਹੋ ਤੇ ਜ਼ਰੂਰ ਇਹਦੇ ਬਾਰੇ ਗੱਲ ਕਰੋ। ਇੱਕ ਤਾਂ ਨਵਦੀਪ ਜੀ ਕਿ ਜੇ ਕਿਸੇ ਦੇ ਕੋਲ ਸ਼ੰਕਾ
ਹਾਂਜੀ ਕਿ ਇਹ ਜਿਹੜੀ ਦਵਾਈ ਹੈਗੀ ਆ, ਜਿਹੜੇ ਇਹ ਵੈਕਸੀਨੇਸ਼ਨ ਹੈਗੇ ਆ, ਇਹਦੇ ਕੀ ਸਾਈਡ ਇਫੈਕਟਸ ਹੈਗੇ ਆ ਤਾਂ ਕੀ ਕਰ ਸਕਦੇ। ਸਾਨੂੰ ਉਹਦੀ ਖੋਜ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੀ। ਤਾਂ ਸਾਨੂੰ ਵੈਬਸਾਈਟਾਂ ਦੇ ਉੱਤੇ ਜਾ ਕੇ, ਕਿ ਜਿਸ ਤਰ੍ਹਾਂ ਹੁਣ ਇਹ ਆਮ ਹੀ ਸੋਚਿਆ ਜਾਂਦਾ ਕਿ ਜਿਹੜੀ ਹੈਗੀ ਆ ਵੈਲਸ ਪੋਲਜ਼ੀ, ਜਾਂ ਜਿਸ ਤਰ੍ਹਾਂ ਫਰਟੀਲਿਟੀ ਰੇਟ ਵਗੈਰਾ ਹੋ ਗਿਆ, ਤੇ ਇਹ ਉਹਦੇ ਉੱਤੇ ਵੀ ਅਸਰ ਕਰਦੇ ਹੈਗੇ ਜੀ। ਤੇ ਬਹੁਤ ਵਾਰੀ ਨਵਦੀਪ ਜੀ, ਅਸੀਂ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਜੀ ਕਿ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਤਾਂ ਉਹੀ ਲੈ ਕੇ ਤੁਰ ਪੈਂਦੇ ਆ, ਤਾਂ ਆਪ ਅਸੀਂ ਉਹਦੇ ਬਾਰੇ ਕੋਈ ਖੋਜ ਪੜਤਾਲ ਨਹੀਂ ਕਰਦੇ ਤੇ ਜਾਂ ਅਸੀਂ ਜਿਹੜੀ ਹੈਗੀ ਉਹ ਡਾਕਟਰੀ ਸਲਾਹ ਨਹੀਂ ਲੈਂਦੇ। ਤਾਂ ਅਸੀਂ ਜੇ ਆਪ ਖੋਜ ਪੜਤਾਲ ਕਰੀਏ ਜਾਂ ਜਾਣਕਾਰੀ ਅਸੀਂ ਜਿਹੜੇ ਉਹਦੇ ਬਾਰੇ ਕੋਸ਼ਿਸ਼ ਕਰੀਏ ਲਈਏ, ਫਿਰ ਪਤਾ ਲੱਗਦਾ ਕਿ ਉਹ ਇੰਨੇ ਜਿਹੜੇ ਹੈਗੇ ਜਿੰਨੇ ਫੈਲਾਇਆ ਜਾਂਦਾ ਕਿ ਇਹਦੇ ਗੰਭੀਰ ਸਾਈਡ ਇਫੈਕਟਸ ਹੈਗੇ ਆ, ਉਹ ਕਈ ਵਾਰੀ ਇੰਨੇ ਜ਼ਿਆਦਾ ਨਹੀਂ ਹੁੰਦੇ। ਤਾਂ ਇਸ ਕਰਕੇ ਪਹਿਲਾਂ ਤਾਂ ਉਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਆ ਜੀ। ਤੇ ਦੂਜਾ ਜਿਹੜਾ ਹਰੇਕ ਬੰਦੇ ਦੇ ਉੱਤੇ ਜਿਹੜਾ ਲੌਂਗ ਕੋਵਿਡ ਹੈਗਾ, ਉਹ ਆਪਣਾ ਵੱਖਰੇ ਅਸਰ ਉਹ ਹੁੰਦੇ ਆ ਜੀ। ਤਾਂ ਉਹਦੀ ਵੀ ਜਿਹੜੀ ਆ ਕੋਈ ਵੀ ਅਲਾਮਤ ਹੈ ਜਾਂ ਕੋਈ ਵੀ ਤੁਹਾਡੀ ਫਿਕਰਮੰਦੀ ਹੈਗੀ ਆ ਤਾਂ ਉਹ ਤੁਹਾਨੂੰ ਆਪਣੇ ਜਾਂ ਤਾਂ ਡਾਕਟਰ ਦੇ ਨਾਲ ਜੀ, ਤੇ ਜਾਂ ਜੇ ਤੁਸੀਂ ਆਪ ਰਿਪੋਰਟ ਉਹਦੀ ਕਰਨੀ ਹੋਵੇ ਕਿ ਇਹਦੇ ਜਿਹੜੇ ਸਾਈਡ ਇਫੈਕਟਸ ਕੀ ਹੈਗੇ ਆ ਜਾਂ ਮੇਰੇ ਉੱਤੇ ਇਸ ਚੀਜ਼ ਦਾ ਅਸਰ ਹੋਇਆ, ਤਾਂ ਉਹ ਤੁਸੀਂ ਇੱਕ ਪ੍ਰੋਸੀਜਰ ਹੈਗਾ ਤਾਂ ਉਹ ਤੁਸੀਂ ਪ੍ਰੋਸੀਜਰ ਵਰਤ ਕੇ ਤੇ ਤੁਸੀਂ ਉਹਦੀ ਰਿਪੋਰਟਿੰਗ ਕਰ ਸਕਦੇ ਆ ਤਾਂ ਕਿ ਇਹ ਫਿਰ ਜਿਹੜੀ ਹੈਗੀ ਆ ਉਹ ਮੈਡੀਕਲ ਅਦਾਰਿਆਂ ਨੂੰ, ਆਰਗੇਨਾਈਜੇਸ਼ਨ ਨੂੰ ਉਹਦੇ ਬਾਰੇ ਪੂਰੀ ਉਹ ਖਬਰ ਹੋਵੇ। ਹਾਂਜੀ, ਬਹੁਤ ਵਧੀਆ ਤੁਸੀਂ ਇਹ ਨੁਕਤਾ ਉਠਾਲਿਆ ਹੈਗਾ ਬਲਵੀਰ ਜੀ। ਆਪਾਂ ਹੁਣ ਇਹਦੇ ਬਾਰੇ ਹੀ ਗੱਲ ਕਰ ਲੈਂਦੇ ਹਾਂ। ਗੱਲ ਅੱਗੇ ਆਈ ਆ ਕਿ ਇਹ ਜਿਹੜਾ ਇੱਕ ਯੈਲੋ ਕਾਰਡ ਸਕੀਮ ਹੈਗੀ ਆ ਜਿਹੜੀ ਕਿ MHRA ਵੱਲੋਂ ਜਿਹੜੀ ਹੈਗੀ ਆ ਉਹਨੂੰ ਮੋਨੀਟਰ ਕੀਤਾ ਜਾਂਦਾ, ਉਹਦੀ ਕੋਖ ਦੇਖੀ ਜਾਂਦੀ ਆ। ਯੈਲੋ ਕਾਰਡ ਸਕੀਮ ਕੀ ਹੈਗੀ ਆ? ਯੈਲੋ ਕਾਰਡ ਸਕੀਮ ਬਾਰੇ ਤੁਸੀਂ ਮਾੜਾ ਜਿਹਾ ਜਰਾ ਹੋਰ ਖੋਲ ਕੇ ਜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤਾਂ ਕਿ ਫਿਰ ਅਗਰ ਕੋਈ ਹੋਰ ਵੀ ਗੱਲ ਹੋਈ ਤੇ ਆਪਾਂ ਉਹਦੇ ਨਾਲ ਇਹਨੂੰ ਗੱਲ ਨੂੰ ਕਲੀਅਰ ਕਰਦੇ ਜਾਵਾਂਗੇ। ਇਹ ਜਿੱਥੇ ਤੱਕ ਮੈਨੂੰ ਪਤਾ ਜੀ ਕਿ ਜਿਹੜੀ ਉਹ ਯੈਲੋ ਕਾਰਡ ਸਕੀਮ ਹੈਗੀ ਆ, ਇਹ ਇੱਕ ਤਰੀਕਾ ਹੈਗਾ ਤਾਂ ਜਿਹਦੇ ਜ਼ਰੀਏ ਤੁਸੀਂ ਇਹ ਗੱਲ ਜਿਹੜੀ ਹੈਗੀ ਰਿਪੋਰਟ ਕਰ ਸਕਦੇ ਆ ਕਿ ਇਹ ਜਿਹੜੀ ਦਵਾਈ ਹੈਗੀ ਆ ਮੈਂ ਵਰਤੀ ਆ ਤੇ ਮੇਰੇ ਉੱਤੇ ਇਹਦਾ ਸਾਈਡ ਇਫੈਕਟ ਜਾਂ ਕੀ ਅਸਰ ਕੀਤਾ, ਤਾਂ ਕਿ ਤੁਸੀਂ ਜਿਹੜੀ ਜਨਰਲ ਪਬਲਿਕ ਹੈਗੀ ਆ ਵੋਲੰਟਰੀ ਤੌਰ ਤੇ ਇਹ ਇਨਫੋਰਮੇਸ਼ਨ ਉਹਨਾਂ ਦੇ ਨਾਲ ਸਾਂਝੀ ਕੀਤੀ ਜਾ ਸਕੇ। ਬਲਵੀਰ ਜੀ, ਮੈਂ ਤੁਹਾਨੂੰ 1 ਮਿੰਟ ਲਈ ਰੋਕਣਾ ਚਾਹੁੰਦਾ ਜੀ। ਇਹ ਜਿਹੜਾ ਯੈਲੋ ਕਾਰਡ ਸਕੀਮ ਆ ਇਹ ਕੋਈ ਵੀ ਸਾਈਡ ਇਫੈਕਟ ਹੁੰਦਾ ਉਹ ਰਿਪੋਰਟ ਕਰਨ ਲਈ ਆ, ਜਾਂ ਇਹ ਜਿਹੜੇ ਯੈਲੋ ਕਾਰਡ ਸਕੀਮ ਆ ਕਿ ਜਿਹੜੀ ਤੁਹਾਡੀ ਲੀਫਲੇਟ ਆਉਂਦਾ ਆ, ਪਰਚੀ ਆਉਂਦੀ ਆ ਦਵਾ ਦੇ ਨਾਲ, ਉਹਦੇ ਤੇ ਵੀ ਇੱਕ ਲਿਸਟ ਲਿਖੀ ਹੁੰਦੀ ਆ। ਸੋ ਯੈਲੋ ਕਾਰਡ ਸਕੀਮ ਇੱਦਾਂ ਵੀ ਆ ਕਿ ਤੁਸੀਂ ਜੋ ਕੁਛ ਵੀ ਤੁਹਾਨੂੰ ਹੋਇਆ ਤੁਸੀਂ ਉਹ ਰਿਪੋਰਟ ਕਰੋ, ਜਾਂ ਜਿਹੜੀਆਂ ਚੀਜ਼ਾਂ ਜਿਹੜੀ ਲਿਸਟ ਪਹਿਲਾਂ ਦਿੱਤੀ ਆ ਉਹਦੇ ਤੋਂ ਇਲਾਵਾ ਅਗਰ ਕੋਈ ਹੋਰ ਗੱਲ ਹੋਈ ਆ ਤਾਂ ਉਹਦੇ ਬਾਰੇ ਤੁਸੀਂ ਜਿਹੜਾ ਹੈਗਾ ਉਹ ਦਵਾਈ ਕੰਪਨੀ ਨੂੰ ਜਾਂ ਜਿਹੜੇ ਹੈਗੇ MHRA ਨੂੰ ਇਹਦੇ ਦੁਆਰਾ ਸੂਚਿਤ ਕਰੋ। ਸੋ ਇਹ ਗੱਲ ਜਿਹੜਾ ਮੇਰਾ ਖਿਆਲ ਹੈਗਾ ਨੁਕਤਾ ਆ ਉਹ ਤੁਸੀਂ ਕਲੀਅਰ ਕਰ ਦਿਓ ਪਲੀਜ਼। ਇਹ ਜਿੱਥੇ ਤੱਕ ਮੈਨੂੰ ਪਤਾ ਕਿ ਨਵਦੀਪ ਜੀ, ਜਿਹੜੀਆਂ ਵੀ ਜਿਹੜੇ ਸਾਈਡ ਇਫੈਕਟਸ ਬੇਸ਼ੱਕ ਉਹ ਜਿਹੜੀ ਇਨਫੋਰਮੇਸ਼ਨ ਸ਼ੀਟ ਹੁੰਦੀ ਆ ਉਹਦੇ ਵਿੱਚ ਇੱਦਾਂ ਵੀ ਲਿਖਿਆ ਹੁੰਦਾ ਕਿ ਇੰਨੇ 1000 ਬੰਦਿਆਂ ਦੇ ਵਿੱਚੋਂ ਜਾਂ ਇੰਨੇ ਮਿਲੀਅਨ ਬੰਦਿਆਂ ਦੇ ਵਿੱਚੋਂ ਉਹਨਾਂ ਨੂੰ ਆਹ ਜਿਹੜੇ ਸਾਈਡ ਇਫੈਕਟਸ ਹੋਏ ਹੈਗੇ ਤੇ ਹੁਣ ਉਸ ਸ਼ੀਟ ਦੇ ਉੱਤੇ ਜਿੰਨੇ ਵੀ ਜਿਹੜੇ ਛੋਟੇ ਜਿਹੜੇ ਸਾਈਡ ਇਫੈਕਟਸ ਹੁੰਦੇ ਸਾਰੇ ਤਾਂ ਦਰਜ ਕੀਤੇ ਨਹੀਂ ਜਾ ਸਕਦੇ ਤੇ ਹੁਣ ਹਰੇਕ ਬੰਦਾ ਆਪਣੇ ਇੰਡੀਵਿਜੂਅਲ ਉਹਦੇ ਸਾਈਡ ਇਫੈਕਟਸ ਹੋ ਸਕਦੇ ਆ ਸੋ ਇਸ ਕਰਕੇ ਜਿਹੜੀ ਕੋਈ ਵੀ ਕਿਸੇ ਨੂੰ ਸਾਈਡ ਇਫੈਕਟਸ ਹੁੰਦਾ ਜਾਂ ਕੋਈ ਵੀ ਫਿਕਰਮੰਦੀ ਹੈਗੀ ਆ, ਉਹ ਤੁਸੀਂ ਇਹ ਜਿਹੜੀ ਹੈਗੀ ਸਕੀਮ ਵਰਤ ਕੇ ਤਾਂ ਤੁਸੀਂ ਹੋਰ ਰਿਪੋਰਟਿੰਗ ਉਹਦੀ ਕਰ ਸਕਦੇ ਆ ਤਾਂ ਕਰਨੀ ਵੀ ਚਾਹੀਦੀ ਆ ਤਾਂ ਕਿ ਫਿਰ ਉਹਦੇ ਵਿੱਚ ਸੁਧਾਰ ਕੀਤਾ ਜਾ ਸਕੇ ਤੇ ਜਾਂ ਨਾਲੇ ਉਹਦੇ ਬਾਰੇ ਹੋਰ ਰਿਸਰਚ ਕੀਤੀ ਜਾ ਸਕੇ। ਇਸੇ ਕਰਕੇ ਇਹ ਜਿਹੜੀ ਹੈਗੀ ਆ ਉਹ ਮੈਮ ਇਹ ਜਿਹੜੀ ਸਕੀਮ ਹੈਗੀ ਆ ਉਹ ਸ਼ੁਰੂ ਹੈਗੀ ਆ। ਅੱਛਾ, ਇਹ ਜਿਹੜੀ ਸਕੀਮ ਹੈਗੀ ਆ ਯੈਲੋ ਕਾਰਡ ਜਿਹੜਾ ਹੈਗਾ ਇਹ ਕਿੱਦਾਂ ਦਾ ਹੁੰਦਾ, ਕਿੱਥੋਂ ਮਿਲ ਸਕਦਾ, ਕਿਹਦੇ ਨਾਲ ਰਾਬਤਾ ਕੀਤਾ ਜਾ ਸਕਦਾ, ਇਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਥੋੜ੍ਹਾ ਜਿਹਾ ਹੋਰ ਜਾਣਕਾਰੀ ਸਾਂਝੀ ਕਰੋ। ਇਹਦੇ ਬਾਰੇ ਜੀ ਨਵਦੀਪ ਜੀ ਕਿ
ਤੁਸੀਂ ਆਪਣੇ ਡਾਕਟਰ ਦੇ ਕੋਲ ਵੀ ਜਾ ਸਕਦੇ ਆ, ਹਾਂਜੀ, ਤੁਸੀਂ ਆਪਣੀ ਕੈਮਿਸਟ ਦੇ ਕੋਲ ਵੀ ਜਾ ਸਕਦੇ ਆ, ਅੱਛਾ ਜੀ, ਤੇ ਜਾਂ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਜੇ ਤੁਸੀਂ ਯੈਲੋ ਕਾਰਡ, ਈਵਨ ਤੁਸੀਂ ਜੇ ਯੈਲੋ ਕਾਰਡ ਵੀ ਉਹਦੇ ਉੱਤੇ ਟਾਈਪ ਕਰਦੇ ਆ ਗੂਗਲ ਤੇ, ਹਾਂਜੀ, ਗੂਗਲ ਦੇ ਉੱਤੇ, ਹਾਂਜੀ, ਤੇ ਫਿਰ ਬਹੁਤ ਸਾਰੀ ਜਾਣਕਾਰੀ ਆ ਜਾਂਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਹਦੀ ਹੋਰ ਰਿਪੋਰਟਿੰਗ ਕਰ ਸਕਦੇ ਆ ਜੀ, ਤੇ ਜੇ ਤੁਸੀਂ ਆਪ ਨਹੀਂ ਵਰਤ ਸਕਦੇ ਹਾਂਜੀ, ਤਾਂ ਤੁਸੀਂ ਕਿਸੇ ਦੋਸਤ ਨੂੰ, ਰਿਸ਼ਤੇਦਾਰ ਨੂੰ, ਜਾਂ ਈਵਨ ਕੈਮਿਸਟ ਦੇ ਵਿੱਚ ਵੀ ਜਾ ਕੇ ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਕਿ ਮੈਂ ਆਹ ਕੰਮ ਕਰਨਾ ਚਾਹੁੰਦਾ, ਹਾਂਜੀ, ਕਿ ਤੁਸੀਂ ਮੇਰੀ ਇਹਦੇ ਵਿੱਚ ਮਦਦ ਕਰੋ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਤੁਸੀਂ ਜਿੰਨੀ ਦੇਰ ਤੱਕ ਮਦਦ ਮੰਗਦੇ ਨਹੀਂ, ਹਾਂਜੀ, ਉਨੀ ਦੇਰ ਤੱਕ ਤੁਹਾਨੂੰ ਉਹ ਮਦਦ ਮਿਲਣੀ ਲੱਗੀ। ਹਾਂਜੀ, ਤਾਂ ਇਸ ਕਰਕੇ ਤੁਹਾਨੂੰ ਜਿਹੜੀ ਹੈਗੀ ਉਹ ਮਦਦ ਲੈਣੀ ਚਾਹੀਦੀ ਆ ਜੀ, ਤੇ ਇਹ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਤਾਂ ਕਿ ਫਿਰ ਤੁਸੀਂ ਜਿਹੜੀ ਹੈਗੀ ਉਹ ਸਕੀਮ ਦੇ ਵਿੱਚ ਤੁਸੀਂ ਆਪਣਾ ਵੀ ਫਾਇਦਾ ਕਰਦੇ ਆ ਤੇ ਤੁਸੀਂ ਦੋਨਾਂ ਦੀ ਵੀ ਦੂਸਰਿਆਂ ਦਾ ਵੀ। ਹਾਂਜੀ, ਇੱਕ ਗੱਲ ਬਲਵੀਰ ਜੀ ਜਿਹੜੀ ਹੋਰ ਸਾਡੇ ਧਿਆਨ 'ਚ ਰੱਖਣ ਵਾਲੀ ਹੈਗੀ ਆ ਕਿ ਇਹ ਜਦੋਂ ਦਵਾਈਆਂ ਦੀ ਖੋਜ ਹੁੰਦੀ ਆ, ਜਦੋਂ ਇਹਨਾਂ ਦੀ ਟੈਸਟਿੰਗ ਹੁੰਦੀ ਆ, ਜਿਹੜਾ ਫਸਟ ਟ੍ਰਾਇਲ ਜਿਹੜਾ ਹੁੰਦਾ ਫੇਜ਼ 3 ਟ੍ਰਾਇਲ ਹੁੰਦਾ ਜਿਹੜਾ ਕਿ ਹਿਊਮਨ 'ਤੇ ਕੀਤਾ ਜਾਂਦਾ, ਉਹਦੇ ਵਿੱਚ ਜਿਹੜੇ ਜ਼ਿਆਦਾਤਰ ਵੋਲੰਟੀਅਰ ਹੁੰਦੇ ਜਿਨ੍ਹਾਂ 'ਤੇ ਇਹਦੀ ਟੈਸਟਿੰਗ ਹੁੰਦੀ ਆ, ਉਹ ਜ਼ਿਆਦਾਤਰ ਨੌਜਵਾਨ ਹੁੰਦੇ ਆ ਔਰ ਤੰਦਰੁਸਤ ਹੁੰਦੇ ਆ ਜੀ। ਸੋ ਇਸ ਕਰਕੇ ਬਹੁਤੀ ਵਾਰੀ ਇਹ ਵੀ ਧਿਆਨ ਦੇ ਵਿੱਚ ਆਇਆ ਕਿ ਜਦੋਂ ਉਹ ਦਵਾਈ ਜਿਹੜੀ ਹੈਗੀ ਆ ਉਹ ਸਾਰੇ ਹੀ ਤਰ੍ਹਾਂ ਦੇ ਲੋਕਾਂ ਲਈ ਵਿੱਚ ਉਹਨਾਂ ਦਾ ਏਜ ਦਾ ਫਰਕ ਵੀ ਹੋ ਸਕਦਾ, ਉਹਨਾਂ ਦੇ ਧਰਮ ਨਸਲ ਦਾ ਫਰਕ ਵੀ ਹੋ ਸਕਦਾ, ਉਹਨਾਂ ਦੀ ਸਿਹਤ ਦਾ ਫਰਕ ਵੀ ਹੋ ਸਕਦਾ, ਔਰਤ ਮਰਦ ਦਾ ਵੀ ਫਰਕ ਹੋ ਸਕਦਾ। ਸੋ ਜਦੋਂ ਸਾਰੇ ਫਰਕ ਹੁੰਦੇ ਆ ਤਾਂ ਫਿਰ ਉਹ ਕਈ ਵਾਰੀ ਉਹਦੇ ਜਿਹੜੇ ਹੈਗੇ ਆ ਸਾਈਡ ਇਫੈਕਟ ਆ ਉਹ ਧਿਆਨ ਦੇ ਵਿੱਚ ਆਉਂਦੇ ਆ। ਸੋ ਇਸ ਕਰਕੇ ਵੀ ਇਹ ਜ਼ਰੂਰੀ ਹੈਗਾ ਆ ਮੇਰਾ ਖਿਆਲ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਦਾ ਕੋਈ ਮਾੜਾ ਇਫੈਕਟ ਹੋਇਆ ਤੇ ਉਹ ਤੁਸੀਂ ਜਿਹੜਾ ਹੈਗਾ ਜ਼ਰੂਰ ਇਹ ਯੈਲੋ ਕਾਰਡ ਦੀ ਵਰਤੋਂ ਕਰਕੇ ਤੁਸੀਂ ਲੋਕਾਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਓ। ਹਾਂਜੀ, ਹੁਣੇ ਆਹ ਮੈਂ ਇੱਕ ਜਿਹੜੀ ਰਿਪੋਰਟ ਸੀਗਾ ਪੜ੍ਹਦਾ ਸੀ, ਉਹਦੇ ਵਿੱਚ 11 ਅਗਸਤ ਤੱਕ ਜਿਹੜੀ ਹੈਗੀ ਆ ਕੋਵਿਡ ਦੇ ਨਾਲ ਸੰਬੰਧਿਤ ਜਿਹੜਾ ਫਾਈਜ਼ਰ ਵੈਕਸੀਨ ਹੈਗਾ, ਹਾਂਜੀ, ਉਹਦੇ ਬਾਰੇ 1,03,000 ਲੋਕਾਂ ਨੇ ਜੀ ਜਿਹੜਾ ਹੈਗਾ ਉਹ ਯੈਲੋ ਕਾਰਡ ਭਰ ਕੇ ਭੇਜੇ ਆ ਜੀ। ਔਰ ਜਿਹੜਾ ਆਸਟਰਾਜ਼ੈਨੇਕਾ ਹੈਗਾ ਉਹਦੇ ਵਿੱਚ ਉਹਨਾਂ ਦੇ ਤਕਰੀਬਨ 2.25 ਲੱਖ ਤੋਂ ਉੱਪਰ ਜਿਹੜੇ ਹੈਗੇ ਆ ਉਹ ਆਪਣੀ ਰਿਪੋਰਟ ਜਿਹੜੀ ਦਰਜ ਕਰਾਈ ਆ। ਔਰ ਜਿਹੜਾ ਮੋਡਰਨਾ ਤੁਸੀਂ ਕਹਿੰਦੇ ਆ ਵੈਕਸੀਨ, ਉਹਦੀ ਜਿਹੜੀ ਹੈਗੀ ਆ 13,000 13,500 ਦੇ ਲਾਗੇ ਛਾਗੇ ਲੋਕਾਂ ਨੇ ਉਹ ਕਾਰਡ ਭਰ ਕੇ ਜਿਹੜੇ ਭੇਜੇ ਹੈਗੇ ਆ। ਸੋ ਕਈ ਵਾਰੀ ਸਾਡੇ ਭੈਣ ਭਰਾ ਜਾਂ ਅਸੀਂ ਜਿਹੜਾ ਹੈਗਾ ਉਹ ਥੋੜ੍ਹੇ ਜਿਹੇ ਇਸ ਪੱਖੋਂ ਘੋਲ ਕਰ ਜੰਨੇ ਆ ਕਿ ਚਲੋ ਜੀ ਹੋ ਗਿਆ, ਕੋਈ ਨਹੀਂ, ਹੁਣ ਛੱਡੋ ਪਰੇ, ਸਾਨੂੰ ਤਾਂ ਹੋ ਗਿਆ। ਹਾਂ, ਇਹ ਗੱਲ ਦਰੁਸਤ ਆ ਕਿ ਤੁਹਾਨੂੰ ਸ਼ਾਇਦ ਹੋ ਗਿਆ, ਪਰ ਅਗਰ ਅਸੀਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਇੱਧਰ ਨੂੰ ਧਿਆਨ ਦਈਏ ਤੇ ਅਸੀਂ ਜੇ ਸਾਨੂੰ ਫਾਇਦਾ ਨਹੀਂ ਹੋ ਸਕਦਾ ਤਾਂ ਅਸੀਂ ਹੋਰ ਕਿਸੇ ਦਾ ਫਾਇਦਾ ਜਿਹੜਾ ਹੈਗਾ ਉਹ ਜ਼ਰੂਰ ਕਰ ਸਕਦੇ ਹਾਂ। ਬਿਲਕੁਲ। ਸੋ ਬਲਵੀਰ ਜੀ, ਜਿਹੜੇ ਕੋਵਿਡ ਦੇ ਬਾਰੇ ਹੋਰ ਵੀ ਜਿਹੜੀਆਂ ਗੱਲਾਂ ਹੈਗੀਆਂ ਜਾਂ MHA ਦੇ ਬਾਰੇ ਹੋਰ ਵੀ ਗੱਲਾਂ ਹੈਗੀਆਂ, ਇੱਕ ਗੱਲ ਜਿਹੜੀ ਆਮ ਭੁਲੇਖਾ ਸਾਡੇ ਭੈਣਾਂ ਭਰਾਵਾਂ ਦੇ ਵਿੱਚ ਪਾਇਆ ਜਾਂਦਾ ਉਹ ਇਹ ਕਿ ਜਿਹੜੀਆਂ ਹੋਮੋਪੈਥਿਕ ਦਵਾਈਆਂ ਹੈਗੀਆਂ ਹਾਂਜੀ ਤੇ ਜਿਹੜੀਆਂ ਹਰਬਲ ਦਵਾਈਆਂ ਹੈਗੀਆਂ ਇਹ ਇੱਕੋ ਹੀ ਚੀਜ਼ ਆ ਹਾਂਜੀ। ਕਿ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੋਗੇ ਕਿ ਜਿਹੜਾ MHRA ਜਦੋਂ ਆਉਂਦਾ ਆ ਉਹਦੇ ਬਾਰੇ ਗੱਲ ਕਰਦਾ ਤੇ ਉਹ ਇਹਦੇ ਬਾਰੇ ਕੀ ਡਿਫਰੈਂਸ ਦੱਸਦਾ ਹੈਗਾ ਜੀ? ਇਹ ਨਵਦੀਪ ਜੀ, ਜਿਹੜੀਆਂ ਹੋਮੋਪੈਥਿਕ ਦਵਾਈਆਂ ਹੈਗੀਆਂ ਹਾਂਜੀ ਤੇ ਜਾਂ ਹਰਬਲ ਦਵਾਈਆਂ ਹੈਗੀਆਂ ਹਾਂਜੀ, ਤੇ ਇਹ ਜਿੱਥੇ ਤੱਕ ਮੈਨੂੰ ਵੀ ਦੋਨੇ ਜਿਹੜੀਆਂ ਸੇਮ ਨਹੀਂ ਹੈਗੀਆਂ ਜੀ। ਤਾਂ ਇਹਨਾਂ ਦੇ ਜਿਹੜੇ ਹੈਗੇ ਆ ਉਹ ਅੱਡ ਇਹਨਾਂ ਦੇ ਦੂਸਰੇ ਹੈਗੇ ਆ, ਇਹਨਾਂ ਦੇ ਚੈੱਕ ਕਰਨੇ ਦੇ ਤਰੀਕੇ ਹੈਗੇ ਆ, ਰਜਿਸਟ੍ਰੇਸ਼ਨ ਵੀ ਹੈਗੀ ਆ ਤੇ ਜਾਂ ਕਿਹੜੀ ਜਿਹੜੀ ਹੈਗੀ ਆ ਉਹ ਕਿੱਦਾਂ ਵਰਤਣੀ ਚਾਹੀਦੀ ਆ ਹਾਂਜੀ। ਤਾਂ ਇਹ ਮੇਰੇ ਖਿਆਲ ਦੇ ਵਿੱਚ ਜਿੱਦਾਂ ਕਾਫੀ ਇਹ ਸਮਝਣੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ। ਬਿਲਕੁਲ। ਤੇ ਇਹਦੇ ਬਾਰੇ ਮੇਰੇ ਖਿਆਲ ਤੁਹਾਡੇ ਕੋਲ ਵੀ ਕਾਫੀ ਸਾਰੀ ਜਾਣਕਾਰੀ ਹੈਗੀ ਆ। ਹਾਂਜੀ, ਹਾਂ, ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਸੀ, ਉਹ ਇਹੀ ਗੱਲ ਸੀਗੀ ਵੀ ਜਿਹੜੀਆਂ ਹੋਮੋਪੈਥੀ ਦਵਾਈਆਂ ਹੈਗੀਆਂ ਜੀ ਉਹਨੂੰ ਬਣਾਉਣ ਦਾ ਢੰਗ ਤਰੀਕਾ ਜਿਹੜਾ ਹੈਗਾ ਬਿਲਕੁਲ ਅਲੱਗ ਹੈਗਾ ਜਿਹੜੀਆਂ ਹਰਬਲ ਦਵਾਈਆਂ ਹੈਗੀਆਂ ਜੀ। ਹਰਬਲ ਦਵਾਈਆਂ ਦੇ ਵਿੱਚ ਜਿਹੜੀਆਂ ਆਮ ਜੜੀ ਬੂਟੀਆਂ ਜਿਹੜੀਆਂ ਹੈਗੀਆਂ ਉਹ ਜਾਂ ਹਰਬਸ ਜਿਹਨੂੰ ਆਪਾਂ ਕਹਿੰਦੇ ਆ ਉਹ ਪਾਈਆਂ ਜਾਂਦੀਆਂ। ਜਿਹੜੀਆਂ ਹੋਮੋਪੈਥੀ ਹੈਗੀ ਆ ਉਹਨੂੰ ਪਾਣੀ ਦੇ ਵਿੱਚ ਜਾਂ ਸ਼ਰਾਬ ਦੇ ਵਿੱਚ ਉਹ ਜਿਹੜਾ ਉਹਦਾ ਕੁਛ ਤੱਤ ਪਾਇਆ ਜਾਂਦਾ ਜੀ, ਉਹ ਪਾ ਕੇ ਉਹਨੂੰ ਕਾਫੀ ਹਿਲਾਇਆ ਜਾਂਦਾ, ਫਿਰ ਉਹਨੂੰ ਗਾਹਾਂ ਦੀ ਗਾਹਾਂ ਹੋਰ ਪਤਲੀਆਂ ਕਰਦੇ ਰਹਿੰਦੇ ਆ ਹਾਂਜੀ। ਸੋ ਇੱਕ ਤਾਂ ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਹਰਬਲ ਆ ਤੇ ਹੋਮੋਪੈਥੀ ਆ ਇਹ ਬਿਲਕੁਲ ਦੋ
ਅਲੱਗ ਜਿਹੜੀਆਂ ਹੈਗੀਆਂ ਉਹ ਦਵਾਈਆਂ ਦੀਆਂ ਵਿਧੀਆਂ ਹੈਗੀਆਂ। ਜੀ ਜਿਹੜਾ ਸਾਡਾ ਬਾਰ-ਬਾਰ ਦੇਣ ਦਾ ਗੱਲ ਕਰਨ ਦਾ ਇਹੀ ਹੈਗਾ ਕਿ ਇਹਨਾਂ ਜਿਹੜੀਆਂ ਵਿਧੀਆਂ ਹੈਗੀਆਂ ਉਹਨੂੰ MHRA ਵੱਲੋਂ ਕੋਈ ਮਾਨਤਾ ਜਿਹੜੀ ਹੈਗੀ ਆ ਉਹ ਪ੍ਰਾਪਤ ਨਹੀਂ ਹੈਗੀ ਜੀ। ਔਰ ਬਹੁਤ ਸਾਰੀਆਂ ਦੂਸਰੀਆਂ ਤਕਨੀਕਾਂ ਵੀ ਹੈਗੀਆਂ, ਵਿਧੀਆਂ ਹੈਗੀਆਂ ਜਿਨ੍ਹਾਂ ਨੂੰ MHRA ਜਿਹੜੀ ਹੈਗੀ ਆ ਉਹ ਮਾਨਤਾ ਨਹੀਂ ਦਿੰਦੀ। ਅੱਛਾ, ਇੱਕ ਜਿਹੜਾ ਸਵਾਲ ਸ਼ਾਇਦ ਮੇਰਾ ਖਿਆਲ ਮੈਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਸੀ ਜਾਂ ਉਹਨੂੰ ਡਿਸਕਸ ਕਰ ਲੈਣਾ ਚਾਹੀਦਾ ਸੀ, ਉਹ ਮੇਰੇ ਦਿਮਾਗ 'ਚੋਂ ਵਿਸਰ ਗਿਆ ਜੀ। ਉਹ ਇਹ ਸੀਗਾ ਵੀ ਇਹ ਜਿਹੜੀ ਸੰਸਥਾ ਹੈਗੀ ਆ MHRA, ਹਾਂਜੀ, ਇਹ ਗੌਰਮੈਂਟ ਦੀ ਸੰਸਥਾ ਆ, ਇਹ ਪ੍ਰਾਈਵੇਟ ਸੰਸਥਾ ਆ, ਜਾਂ ਇਹਦੀ ਫੰਡਿੰਗ ਜਿਹੜੀ ਆ ਉਹ ਕਿੱਥੋਂ ਆਉਂਦੀ ਆ, ਇਹਦੇ ਲਈ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਉਹ ਕੰਮ ਕਰਦੇ ਆ? ਜੀ ਜੀ। ਇਹਦੇ ਬਾਰੇ ਕੋਈ ਜਾਣਕਾਰੀ ਜੇ ਤੁਹਾਡੇ ਕੋਲ ਹੋਵੇ ਤਾਂ ਜ਼ਰੂਰ ਸਾਂਝੀ ਕਰੋ। ਇਹ ਨਵਦੀਪ ਜੀ, ਇਹ ਜਿਹੜੀ ਸੰਸਥਾ ਹੈਗੀ ਆ ਉਹ ਜਿੱਥੇ ਤੱਕ ਮੈਨੂੰ ਪਤਾ 2003 ਦੇ ਵਿੱਚ ਹਾਂਜੀ ਇਹ ਹੋਂਦ ਦੇ ਵਿੱਚ ਆਈ ਜੀ। ਤੇ ਇਹਦੀ ਜਿਹੜੀ ਹੈਗੀ ਆ ਸੰਸਥਾ, ਇਹ ਜਿਹੜੀ ਹੈਗੀ ਆ ਡਿਪਾਰਟਮੈਂਟ ਆਫ ਹੈਲਥ ਹਾਂਜੀ ਐਂਡ ਸੋਸ਼ਲ ਹਾਂਜੀ ਕੇਅਰ ਜੀ, ਉਹਦੇ ਥੱਲੇ ਇਹ ਜਿਹੜੀ ਹੈਗੀ ਆ ਇਹ ਕੰਮ ਕਰਦੀ ਆ। ਠੀਕ ਆ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਜਿਸ ਤਰ੍ਹਾਂ ਜਿਹੜੀ ਹੈਗੀ ਆ ਹੈਲਥ ਕੇਅਰ ਪ੍ਰੋਡਕਟਸ ਹਾਂਜੀ ਹੈਗੇ ਆ ਹਾਂਜੀ ਕਿ ਉਹਦੇ ਵਿੱਚ ਜਿੰਨੀਆਂ ਵੀ ਇਹਦੇ ਵਿੱਚ ਡਿਵਾਈਸਿਸ ਆਉਂਦੀਆਂ ਜੀ ਤਾਂ ਉਹ ਇਹਦੇ ਵਿੱਚ ਆ ਜਾਂਦੀਆਂ ਹੈਗੀਆਂ। ਹਾਂਜੀ। ਤੇ ਇਹਦੇ ਲਈ ਜਿੱਥੇ ਤੱਕ ਮੈਨੂੰ ਪਤਾ ਮੇਰਾ ਖਿਆਲ ਕੋਈ 1400-1500 ਬੰਦਾ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦਾ। ਠੀਕ ਆ। ਤੇ ਸੋ ਇਹ ਸੰਸਥਾ ਹਾਂਜੀ ਜੀ, ਇਹ ਸੰਸਥਾ ਜਿਹੜੀ ਗੌਰਮੈਂਟ ਦੇ ਵੱਲੋਂ ਹਾਂਜੀ ਇਹ ਰਨ ਕੀਤੀ ਜਾਂਦੀ ਆ। ਠੀਕ ਆ। ਤਾਂ ਲੇਕਿਨ ਕਰਦੀ ਆਪਣੇ ਆਪ ਦੇ ਵਿੱਚ ਇਹ ਕੰਮ ਹੈਗੀ ਆ, ਲੇਕਿਨ ਰਨ ਬਾਈ ਦੀ ਗਵਰਨਮੈਂਟ। ਰਨ ਬਾਈ, ਹਾਂ ਠੀਕ ਆ। ਸੋ ਉਹ ਜਿਹੜਾ ਡਿਪਾਰਟਮੈਂਟ ਆਫ ਹੈਲਥ ਐਂਡ ਸੋਸ਼ਲ ਕੇਅਰ ਹੈਗਾ, ਹਾਂਜੀ, ਉਹਦੇ ਅਧੀਨ ਇਹ ਜਿਹੜੀ ਹੈਗੀ ਆ, ਉਹਨਾਂ ਦੇ ਇੰਸਟਰਕਸ਼ਨ ਦੇ ਹੇਠਾਂ ਇਹ ਜਿਹੜੀ ਤੁਸੀਂ ਕਹਿੰਦੇ ਆ ਕਿ ਇਹ ਸੰਸਥਾ ਜਿਹੜੀ ਉਹ ਸੈਟਅਪ ਕੀਤੀ ਗਈ ਆ, ਉੱਥੇ ਇਹਨਾਂ ਨੂੰ ਫੰਡਿੰਗ ਵਗੈਰਾ ਆਉਂਦੀ ਆ। ਸੋ ਇਹਦੇ ਵਿੱਚ ਜਿਹੜੇ ਸਾਰੇ ਕੰਮ ਕਰਨ ਵਾਲੇ ਉਹ ਸਾਰੇ ਸਾਇੰਟਿਸਟ ਹੀ ਆ, ਜਾਂ ਹੋਰ ਵੀ ਇਹਦੇ ਵਿੱਚ ਜਿਹੜੇ ਹੈਗੇ ਆ ਲੋਕ ਉਹ ਕੰਮ ਕਰਦੇ ਆ, ਜਾਂ ਉਹ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਆ? ਤਾਂ ਕਿ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ RPS ਦਾ ਹੈਗਾ ਆ, ਜਿਹੜੀ ਫਾਰਮਾਸਿਸਟਾਂ ਦੀ ਹੈਗੀ ਆਰਗੇਨਾਈਜੇਸ਼ਨ ਹੈਗੀ ਆ, ਕਿ ਇਹ ਉਹਨਾਂ ਦੇ ਵਿੱਚੋਂ ਵੀ ਐਕਸਪਰਟੀਜ਼ ਲੈਂਦੇ ਆ। ਇਹਨਾਂ ਦਾ ਆਪਣਾ ਵੀ ਅੱਗੋਂ ਵੀ ਕੋਈ ਸਲਾਹਕਾਰ ਬੋਰਡ ਵੀ ਹੈਗੇ ਆ, ਤਾਂ ਕਿ ਕਰਕੇ ਇੱਕੋ ਹੀ ਬੰਦੇ ਕੋਲ ਤਾਂ ਸਾਰੀ ਜਾਣਕਾਰੀ ਨਹੀਂ ਹੋ ਸਕਦੀ, ਜਾਂ ਉਹ ਸਾਰਿਆਂ ਖੇਤਰਾਂ ਦੇ ਵਿੱਚ ਉਹ ਐਕਸਪਰਟ ਨਹੀਂ ਹੋ ਸਕਦਾ। ਸੋ ਇਹਨਾਂ ਦੇ ਹੋਰ ਵੀ ਡਿਪਾਰਟਮੈਂਟ ਜ਼ਰੂਰ ਹੋਣਗੇ ਜਿਹੜੇ। ਬਿਲਕੁਲ ਜੀ। ਹੁਣ ਜਿਸ ਤਰ੍ਹਾਂ ਕਿ ਜਿਹੜੀ ਪੂਰੀ ਆਰਗੇਨਾਈਜੇਸ਼ਨ ਹੈਗੀ ਆ, ਹਾਂਜੀ, ਤਾਂ ਕੋਈ ਵੀ ਬੰਦਾ ਇੱਕ ਤੇ ਬੰਦਾ ਜਾਂ ਕੁਛ ਥੋੜ੍ਹੇ ਜਿਹੇ ਬੰਦੇ ਤਾਂ ਨਹੀਂ ਕਰ ਸਕਦੇ। ਸੋ ਉਹਨਾਂ ਦਾ ਪੂਰਾ ਸਾਰਾ ਸਟਰਕਚਰ ਹੈਗਾ, ਹਾਂਜੀ, ਤਾਂ ਜਿਹਦੇ ਵਿੱਚ ਉਹ ਕੰਮ ਕਰਦੇ ਹੈਗੇ ਆ ਜੀ। ਤੇ ਇੱਕ ਦੂਜੇ ਦੀ ਜਿਸ ਤਰ੍ਹਾਂ ਕਿ ਸਬ ਆਰਗੇਨਾਈਜੇਸ਼ਨਾਂ ਵਿੱਚ ਹੁੰਦੀਆਂ ਜੀ, ਸਬ ਏਜੰਸੀਆਂ ਵਿੱਚ ਹੁੰਦੀਆਂ, ਹਾਂਜੀ, ਤੇ ਉਹ ਫਿਰ ਸਾਰੇ ਜਿਹੜੇ ਹੈਗੇ ਆ ਇਕੱਠੇ ਰਲ ਕੇ ਤਾਂ ਫਿਰ ਉਹਦੇ ਵਿੱਚ ਉਹ ਨੋ ਡਾਊਟ ਕੰਮ ਕਰਦੇ ਆ। ਠੀਕ ਆ, ਠੀਕ ਆ। ਸੋ ਇਹਦਾ ਮਤਲਬ ਇਹ ਆ ਕਿ ਇਹਦੇ ਵਿੱਚ ਵੱਖ-ਵੱਖ ਖਿੱਤਿਆਂ ਦੇ ਜਿਹੜੇ ਹੈਗੇ ਆ, ਵੱਖ-ਵੱਖ ਪ੍ਰੋਫੈਸ਼ਨਲ ਆ, ਉਹ ਆਉਂਦੇ ਆ। ਉਹਨਾਂ ਦੇ ਵੱਖ-ਵੱਖ ਜਿਹੜੇ ਹੈਗੇ ਆ ਬੋਰਡ ਬਣੇ ਹੋਏ ਆ, ਜਾਂ ਸਲਾਹਕਾਰ ਬੋਰਡ ਕਹਿ ਲਓ, ਜਾਂ ਸਲਾਹਕਾਰ ਕਮੇਟੀਆਂ ਕਹਿ ਲਓ। ਅਸੀਂ ਉਹਨਾਂ ਨੂੰ ਕੋਈ ਵੀ ਨਾਂ ਜਿਹੜਾ ਹੈਗਾ ਉਹ ਦੇ ਸਕਦੇ ਹਾਂ। ਉਹ ਸਾਰੇ ਆਪਣਾ ਜਿਹੜਾ ਹੈਗਾ ਐਕਸਪੀਰੀਅੰਸ, ਆਪਣਾ ਤਜਰਬਾ, ਆਪਣੀ ਨੌਲੇਜ, ਗਿਆਨ ਜੋ ਹੈਗਾ ਉਹ ਲਿਆਉਂਦੇ ਆ, ਤਾਂ ਕਿ ਜਿਹੜੇ ਫੈਸਲੇ ਆ, ਹਾਂਜੀ, ਉਹ ਸਹੀ ਢੰਗ ਦੇ ਨਾਲ ਔਰ ਜਿਹੜੇ ਹੈਗੇ ਆ ਲੋਕਾਂ ਦੇ ਫਾਇਦੇ ਦੇ ਲਈ ਜਿਹੜੇ ਹੈਗੇ ਆ ਉਹ। ਹਾਂਜੀ, ਨਾਲ ਜਿਹੜੀ ਪਬਲਿਕ ਵੀ ਹੈਗੀ ਆ, ਹਾਂਜੀ, ਉਹ ਵੀ ਇਹਦਾ ਹੀ ਇੱਕ ਹਿੱਸਾ ਹੈਗਾ ਜੀ। ਜਿਸ ਤਰ੍ਹਾਂ ਫਿਰ ਜਿਹੜੀ ਯੈਲੋ ਕਾਰਡ ਸਕੀਮ ਹੈਗੀ ਆ, ਹਾਂਜੀ, ਉਹ ਵੀ ਫਿਰ ਉਹਦਾ ਇੱਕ ਹਿੱਸਾ ਬਣ ਜਾਂਦੀ ਹੈ, ਹਿੱਸਾ ਬਣ ਜਾਂਦੀ, ਕਿਉਂਕਿ ਜਿਹੜੇ ਹੈਗੇ ਆ ਪਬਲਿਕ ਦੇ ਸਹਿਯੋਗ ਤੋਂ ਬਗੈਰ ਜਿਹੜੀ ਪੂਰੀ ਸਾਰੀ ਰਿਸਰਚ ਹੈਗੀ ਆ, ਹਾਂਜੀ, ਉਹ ਤਾਂ ਫਿਰ ਪਬਲਿਕ ਦੇ ਵਿੱਚੋਂ ਹੀ ਹੋਣੀ ਹੈ, ਪਬਲਿਕ ਦੇ ਵਿੱਚ ਹੀ ਉਹ ਜਿਹੜੀ ਹੈਗੀ ਆਉਣੀ ਆ। ਬਿਲਕੁਲ ਬਿਲਕੁਲ। ਇਸ ਕਰਕੇ ਉਹ ਵੀ ਉਹਦੇ ਵਿੱਚ ਹਿੱਸੇਦਾਰ ਆ। ਠੀਕ ਆ ਜੀ, ਹਾਂਜੀ। ਤੇ MHRA ਤੋਂ ਇਲਾਵਾ ਵੀ ਕੋਈ ਹੋਰ ਸੰਸਥਾ ਹੈ ਜਿਹੜੀ ਇੱਦਾਂ ਦੇ ਕੰਟਰੋਲ ਕਰਦੀ ਆ, ਕਿ ਜਿਹੜੀ ਮੇਨ ਹੈਗੀ ਆ ਉਹ ਇਹੀ ਹੈਗੀ ਆ? ਔਰ ਇਹੀ ਸੰਸਥਾ ਜੀ ਜਿਹੜੀ ਮੇਨ ਹੈਗੀ ਆ, ਔਰ ਇਹਦੇ ਹੇਠਾਂ ਜਿਹੜੇ ਦੂਸਰੇ ਹੈਗੇ ਆ ਸਲਾਹਕਾਰ ਜਿਹੜੀਆਂ ਹੈਗੀਆਂ ਬੋਰਡ ਹੈਗੇ ਆ, ਉਹ ਦਿੰਦੇ ਆ। ਸੋ ਜਿਹੜਾ ਆਪਾਂ ਸੋਸ਼ਲ ਮੀਡੀਆ ਦਾ ਪਿੱਛੇ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀਗਾ, ਕਿ ਜਦੋਂ ਸੋਸ਼ਲ ਮੀਡੀਆ 'ਤੇ ਅਸੀਂ ਪੜ੍ਹਦੇ ਹਾਂ, ਜਿਵੇਂ ਆਪਾਂ ਇੰਟਰਨੈਟ ਦੀ ਵੀ ਗੱਲ ਕੀਤੀ ਹੈਗੀ ਆ, ਇੰਟਰਨੈਟ 'ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਜੀ? ਕਿ ਜੋ ਵੀ ਤੁਹਾਨੂੰ ਜਾਣਕਾਰੀ ਇੰਟਰਨੈਟ ਤੋਂ ਸਾਨੂੰ ਮਿਲਦੀ ਆ, ਹਾਂਜੀ, ਉਹਦੇ ਬਾਰੇ ਅਸੀਂ ਕਿੰਨਾ ਕੁ ਭਰੋਸਾ ਕਰ ਸਕਦੇ ਹਾਂ? ਇਹਦੇ ਬਾਰੇ ਤੁਸੀਂ ਕੁਝ ਜੀ
ਕਹਿਣਾ ਚਾਹੋ। ਇਹ ਨਵਦੀਪ ਜੀ ਇੰਟਰਨੈਟ ਦੇ ਉੱਤੇ ਜਿਸ ਤਰ੍ਹਾਂ ਹੁਣ ਕਈ ਤਰ੍ਹਾਂ ਦੀ ਬਹੁਤ ਸਾਰੀ ਜਿਹੜੀ ਹੈਗੀ ਉਹ ਜਾਣਕਾਰੀ ਉਹ ਹੁੰਦੀ ਆ, ਹਾਂਜੀ, ਲੇਕਿਨ ਉਹਦੀ ਜਿਹੜੀ ਉਹ ਵੈਰੀਫਿਕੇਸ਼ਨ ਕਰਨੀ ਤਾਂ ਉਹ ਤੇ ਫਿਰ ਤੁਹਾਡਾ ਆਪਣਾ ਫਰਜ਼ ਬਣਦਾ ਹਾਂਜੀ ਕਿ ਉਹਦੀ ਤੁਸੀਂ ਥਰੋ ਆਪ ਇਨਵੈਸਟੀਗੇਸ਼ਨ ਕਰਨੀ ਹੈ, ਕਿਉਂਕਿ ਤੁਸੀਂ ਉਹ ਜਿਹੜੀ ਆ ਇਨਫੋਰਮੇਸ਼ਨ ਦੇ ਲਈ ਉਹ ਲੱਭ ਰਹੇ ਆ। ਹਾਂਜੀ, ਤਾਂ ਆਮ ਕਰਕੇ ਜਿੱਥੇ ਤੱਕ ਮੇਰਾ ਤਜਰਬਾ ਹੈਗਾ ਜੀ, ਤੇ ਬਹੁਤੀ ਵਾਰੀ ਉਹ ਇਨਫੋਰਮੇਸ਼ਨ ਉਹ ਠੀਕ ਹੀ ਹੁੰਦੀ ਆ। ਹਾਂਜੀ, ਤਾਂ ਲੇਕਿਨ ਜਿਹੜਾ ਇੱਕ ਸੋਰਸ ਨਹੀਂ, ਆਈ ਥਿੰਕ ਤੁਹਾਨੂੰ ਕਈ ਸਾਰੇ ਜਿਹੜੇ ਹੈਗੇ ਆ ਉਹ ਸਰੋਤ ਵਰਤਣੇ ਚਾਹੀਦੇ ਆ, ਹਾਂਜੀ, ਤਾਂ ਕਿ ਜਿਹੜੀ ਚੀਜ਼ ਤੁਸੀਂ ਲੱਭ ਰਹੇ ਆ ਜਾਂ ਜਾਣਕਾਰੀ ਲੱਭ ਰਹੇ ਆ ਹਾਂਜੀ, ਤਾਂ ਉਹ ਤੁਸੀਂ ਉਹ ਸਹੀ ਹੋਵੇ। ਤਾਂ ਫਿਰ ਜਿਸ ਤਰ੍ਹਾਂ ਕਿ ਜਿੱਥੇ ਤੱਕ ਜਿਹੜਾ ਦਵਾਈਆਂ ਦਾ ਮਾਮਲਾ ਹੈਗਾ, ਹਾਂਜੀ, ਤਾਂ ਉਹ ਤਾਂ ਫਿਰ ਜਿਹੜੀ ਪੂਰੀ ਜਾਣਕਾਰੀ ਹੈਗੀ ਆ ਤੁਹਾਨੂੰ ਆਪਣੇ ਡਾਕਟਰ ਤੋਂ ਜਾਂ ਕੈਮਿਸਟ ਤੋਂ, ਤੇ ਉਹਦੀ ਫਿਰ ਪ੍ਰੋਪਰ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਤੇ ਉਹਨਾਂ ਦੀ ਸਲਾਹ ਦੇ ਨਾਲ ਰਲ ਕੇ ਤੇ ਚੱਲ ਕੇ ਤੇ ਫਿਰ ਤੁਸੀਂ ਉਹਨੂੰ ਤੁਹਾਨੂੰ ਵਰਤਣੀ ਚਾਹੀਦੀ ਹੈ। ਬਿਲਕੁਲ, ਹਾਂਜੀ। ਬਲਵੀਰ ਜੀ, ਮੇਰਾ ਇਹ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨ ਦਾ ਜਾਂ ਤੁਹਾਡੇ ਨਾਲ ਇਹ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦਾ ਮਤਲਬ ਵੀ ਇਹ ਸੀਗਾ ਕਿ ਜਿਹੜਾ ਸੋਸ਼ਲ ਮੀਡੀਆ ਆ ਜਾਂ ਇੰਟਰਨੈਟ ਆ, ਹਾਂਜੀ, ਇੰਟਰਨੈਟ 'ਤੇ ਕੋਈ ਬੰਦਾ ਵੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਪਾ ਸਕਦਾ ਜੀ। ਔਰ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਸੀਂ ਮੰਨ ਲਓ ਗੂਗਲ 'ਤੇ ਸਰਚ ਕਰਦੇ ਆ, ਹਾਂਜੀ, ਤੇ ਉਹਦੇ 'ਤੇ ਜਿਹੜੀਆਂ ਲਿਸਟ ਆਉਂਦੀ ਆ ਆਰਗੇਨਾਈਜੇਸ਼ਨਾਂ ਦੀ, ਜੀ, ਉਹਦੇ 'ਤੇ ਜਿਹੜੀਆਂ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਉਹ ਉੱਪਰ ਹੁੰਦੀਆਂ, ਜਿਹੜੀਆਂ ਸਰਕਾਰੀ ਆਰਗੇਨਾਈਜੇਸ਼ਨਾਂ ਉਹ ਤੀਜੇ ਜਾਂ ਚੌਥੇ ਨੰਬਰ 'ਤੇ ਜਾ ਕੇ ਹੁੰਦੀਆਂ ਜੀ। ਸੋ ਮੈਂ ਤਾਂ ਕਹਿੰਦਾ ਸੀ ਕਿ ਇੱਕ ਤਾਂ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਗੌਰਮੈਂਟ ਦੀ ਆਰਗੇਨਾਈਜੇਸ਼ਨ MHRA ਹੈਗੀ ਆ, ਹਾਂਜੀ, ਉਹਦੀ ਸਾਈਟ 'ਤੇ ਜਾ ਕੇ ਸਾਨੂੰ ਭਰੋਸਾ ਕਰਨਾ ਚਾਹੀਦਾ। ਬਿਲਕੁਲ। ਇਹ ਕੋਵਿਡ ਕਾਲ ਦੇ ਦੌਰਾਨ ਦੇ ਸ਼ੁਰੂਆਤ ਦੇ ਦੌਰ ਦੇ ਵਿੱਚ ਇੱਕ ਇੰਡੀਆ ਤੋਂ ਡਾਕਟਰ ਸੀਗਾ, ਉਹ ਬੜਾ ਮਸ਼ਹੂਰ ਹੋਇਆ ਜੀ, ਜਿਹਦੀ ਡਿਗਰੀ ਬਾਰੇ ਵੀ ਲੋਕਾਂ ਨੂੰ ਕਾਫੀ ਸੰਦੇਹ ਸੀਗਾ ਔਰ ਉਹਦਾ ਉਹ ਕੋਈ ਸਾਰਥਕ ਜਵਾਬ ਵੀ ਨਹੀਂ ਦੇ ਸਕਿਆ, ਔਰ ਉਹਦੀ ਵੀਡੀਓ ਜਿਹੜੀ ਸੀਗੀ ਉਹ ਬਹੁਤ ਵਾਰੀ ਦੇਖੀ ਗਈ, ਬਹੁਤ ਵਾਰੀ ਉਹ ਪਾਸ ਔਨ ਕੀਤੀ ਗਈ ਜੀ। ਸੋ ਅਗਰ ਸਾਡੇ ਕੋਲ ਕੋਈ ਇੱਦਾਂ ਦੀ ਇਨਫੋਰਮੇਸ਼ਨ ਆਉਂਦੀ ਆ, ਹਾਂਜੀ, ਸੋ ਸਾਨੂੰ ਜਿਹੜਾ ਇਹ MHRA ਵਰਗੀਆਂ ਆਰਗੇਨਾਈਜੇਸ਼ਨਾਂ ਹੈਗੀਆਂ, ਹਾਂਜੀ, ਉਹਨਾਂ ਨੂੰ ਸਾਨੂੰ ਕਸਵੱਟੀ ਦੇ ਤੌਰ 'ਤੇ ਵਰਤਣਾ ਚਾਹੀਦਾ। ਬਿਲਕੁਲ, ਬਿਲਕੁਲ। ਕਿ ਅਗਰ ਜੇ ਉਹ ਕਲੇਮ ਕੋਈ ਕਰਦੇ ਆ ਕਿ ਉਹਦੇ ਬਾਰੇ MHRA ਦੀ ਜਿਹੜੀ ਹੈਗੀ ਆ ਉਹ ਕੀ ਓਪੀਨੀਅਨ ਹੈਗੀ ਆ, ਉਹਦੀ ਕੀ ਰਾਏ ਹੈਗੀ ਆ, ਉਹ ਉਹਦੇ ਬਾਰੇ ਕੀ ਕਹਿੰਦੇ ਹੈਗੇ ਆ, ਹਾਂਜੀ, ਹੈ ਨਾ। ਸੋ ਸਾਡਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਰਕੇ ਇਹ ਆਰਗੇਨਾਈਜੇਸ਼ਨਾਂ ਦੇ ਬਾਰੇ ਸਾਡੇ ਲਈ ਜਾਣਨਾ ਇਸ ਕਰਕੇ ਵੀ ਜ਼ਰੂਰੀ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਗਰ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਆ ਤਾਂ ਉਹਦੀ ਜਿਹੜੀ ਕੋਈ ਇੱਦਾਂ ਦੇ ਥਾਂ ਵੀ ਹੋਵੇ ਜਿੱਥੇ ਜਾ ਕੇ ਅਸੀਂ ਉਹਦਾ ਕੱਚ ਪੱਕ ਜਿਹੜਾ ਹੈਗਾ ਆ ਉਹਦਾ ਨਖੇੜਾ ਕਰ ਸਕੀਏ। ਇਹਦੇ ਨਾਲ ਹੀ ਨਵਦੀਪ ਜੀ ਮੈਂ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ ਜੀ ਕਿ ਇੰਡੀਆ ਦੇ ਵਿੱਚ ਜਾਂ ਕਈ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਹਾਂਜੀ ਬਹੁਤ ਸਾਰੇ ਜਿਹੜੇ ਹੈਗੇ ਆ ਅਦਾਰੇ ਜਾਂ ਲੋਕ ਇੱਦਾਂ ਦੇ ਹੈਗੇ ਕਿ ਆਪਣੇ ਫਾਇਦੇ ਦੇ ਵਾਸਤੇ ਹਾਂਜੀ ਉਹ ਈਵਨ ਪੈਸੇ ਦੀ ਗੇਮ ਆ, ਹਾਂਜੀ ਉਹ ਡਾਕਟਰਸ ਨੂੰ ਜਾਂ ਉਹਨਾਂ ਦਾ ਨਾਮ ਵਰਤ ਕੇ ਹਾਂਜੀ ਤੇ ਫਿਰ ਉਹ ਚੀਜ਼ਾਂ ਦੀ ਮਸ਼ਹੂਰੀ ਕਰਦੇ ਆ, ਦਵਾਈਆਂ ਦੀ ਮਸ਼ਹੂਰੀ ਕਰਦੇ ਆ ਬਿਲਕੁਲ, ਤੇ ਜਾਂ ਉਹ ਅੰਧ ਵਿਸ਼ਵਾਸ ਫੈਲਾਉਂਦੇ ਆ ਤੇ ਜਿਹਦੇ ਫਿਰ ਲੋਕੀ ਇਸ ਗੱਲ ਦੇ ਉੱਤੇ ਯਕੀਨ ਕਰਨ ਲੱਗ ਪੈਂਦੇ ਆ ਕਿ ਜੀ ਇਹ ਫਲਾਣੇ ਡਾਕਟਰ ਨੇ ਗੱਲ ਕਹੀ ਆ ਜਾਂ ਵਕੀਲ ਨੇ ਕਹੀ ਆ ਜਾਂ ਬੈਰਿਸਟਰ ਨੇ ਕਹੀ ਆ ਜਾਂ ਪ੍ਰੋਫੈਸ਼ਨਲ ਨੇ ਕਹੀ ਆ ਤੇ ਇਹ ਆਮ ਹੀ ਪ੍ਰਚਲਿਤ ਹੈਗਾ। ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜਾ ਹੈਗਾ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਜੀ। ਤੇ ਜਿਸ ਤਰ੍ਹਾਂ ਜਿੱਦਾਂ ਹੁਣ ਕਹਿ ਲਓ ਕਿ ਜੇ ਅਸੀਂ ਬਹੁਤਾ ਇਹਦੇ ਵਿੱਚ ਡੂੰਘਾ ਨਾ ਜਾਈਏ ਕਿ ਜਿਹੜੇ ਜਿਸ ਤਰ੍ਹਾਂ ਪੁੱਛਾਂ ਦੇਣ ਵਾਲੇ ਹੈਗੇ ਆ ਜਾਂ ਬਾਬੇ ਹੈਗੇ ਆ ਤੇ ਬਹੁਤ ਸਾਰੇ ਪ੍ਰਚਲਿਤ ਜਿਹੜੇ ਹੈਗੇ ਆ ਉਹ ਬਾਬੇ ਹੈਗੇ ਆ ਕਿ ਉਹ ਜਿਹੜੇ ਜਾਦੂ ਟੂਣਾ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਆਪਣੇ ਫੋਲੋਅਰਸ ਲਿਸਟ ਦੇ ਵਿੱਚ ਬਹੁਤ ਬੜੇ ਬੜੇ ਬੰਦੇ ਹੁੰਦੇ ਆ ਹਾਂਜੀ। ਤਾਂ ਲੋਕੀ ਜਾਂ ਅਸੀਂ ਸੋਚੀਦਾ ਕਿ ਦੇਖੋ ਜੀ ਇਹ ਫਲਾਨਾ ਇਹਨੂੰ ਮੰਨਦਾ ਆ, ਫਲਾਨੇ ਦੇ ਨਾਲ ਫੋਟੋਆਂ ਆ ਤੇ ਜਾਂ ਫਲਾਨੇ ਨੇ ਇਹਦੀ ਪੁਸ਼ਟੀ ਕੀਤੀ ਆ ਤੇ ਅਸੀਂ ਫਿਰ ਗਲਤ ਸਮਝ ਕੇ ਤਾਂ ਉਹਨਾਂ ਦੇ ਮਗਰ ਲੱਗ ਜੰਨੇ ਆ। ਬਿਲਕੁਲ। ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹਾਂਜੀ ਤੇ ਤਾਂ ਕਿ ਅਸੀਂ ਜਿਹੜੇ ਆ ਇਹ ਗਲਤ ਪ੍ਰਚਾਰ ਹੈਗਾ ਉਹਦੇ ਅਸੀਂ ਸ਼ਿਕਾਰ ਨਾ ਹੋਈਏ ਤਾਂ ਆਪਣਾ ਜਿਹੜਾ ਹੈਗਾ ਉਹ ਨੁਕਸਾਨ ਸਾਡਾ ਨਾ ਹੋਵੇ। ਬਿਲਕੁਲ ਬਿਲਕੁਲ। ਸੋ ਇਹ ਦਰਸ਼ਕੋ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਭੈਣੋ ਭਰਾਵੋ ਸਾਡੇ ਬਹੁਤ ਇਹ ਜ਼ਿਆਦਾ ਨੋਟ ਕਰਨ ਵਾਲੀ ਗੱਲ ਹੈਗੀ ਆ ਕਿ ਅਸੀਂ ਕਸਵੱਟੀ ਕਿਸ ਚੀਜ਼ ਨੂੰ ਬਣਾਉਣਾ ਹੈਗਾ ਜੀ। ਅਸੀਂ ਕਸਵੱਟੀ ਉਸ ਚੀਜ਼ ਨੂੰ ਬਣਾਉਣਾ ਕਿ ਕਿਸੇ ਨੇ ਸਾਨੂੰ ਗੱਲ ਦੱਸੀ ਆ ਉਹ ਬੰਦੇ ਤਾਂ ਤੁਸੀਂ ਯਕੀਨ ਕਰ ਸਕਦੇ ਆ, ਜਾਂ ਅਸੀਂ ਕਿਸੇ ਕਸਵੱਟੀ ਇੱਦਾਂ ਦੀ ਸੰਸਥਾ ਨੂੰ ਬਣਾਉਣਾ ਜਿਹਦੇ ਕੋਲ
ਬਹੁਤ ਸਾਰਾ ਤਜਰਬਾ ਹੈਗਾ, ਬਹੁਤ ਸਾਰਾ ਗਿਆਨ ਹੈਗਾ, ਬਹੁਤ ਸਾਰਾ ਐਵੀਡੈਂਸ ਹੈਗਾ, ਔਰ ਉਹਦੇ ਆਧਾਰ 'ਤੇ ਗੱਲ ਕਰਦੇ ਆ। ਦੂਸਰੀ ਗੱਲ ਜਿਹੜੀ ਤੁਸੀਂ ਬੜਾ ਵਧੀਆ ਨੁਕਤਾ ਇੱਥੇ ਕੀਤਾ ਕਿ MHRA ਦਾ ਇੱਕ ਕੰਮ ਇਹ ਵੀ ਹੈਗਾ ਕਿ ਉਹਨਾਂ ਦੇ ਜਿਹੜੀ ਕੋਈ ਵੀ ਮੰਨ ਲਓ ਪੜ੍ਹਿਆ ਲਿਖਿਆ ਡਾਕਟਰ ਆ, ਉਹ ਇਸ ਕਰਕੇ ਨਹੀਂ ਮੰਨ ਲੈਂਦੇ ਕਿ ਇਹਦੇ ਨਾਮ ਅਗਰ ਡਾਕਟਰ ਲੱਗਾ ਆ ਜਾਂ ਇਹਦੇ ਮਗਰ ਸਾਇੰਟਿਸਟ ਲੱਗਾ ਆ ਤੇ ਅਸੀਂ ਇਹਦੀ ਜੋ ਵੀ ਇਹਨੇ ਦਾਅਵਾ ਕਰਨਾ ਸੀ ਉਹ ਮੰਨ ਲੈਣਾ ਜੀ। ਉਹ ਜੋ ਦਾਅਵਾ ਕਰਦਾ ਉਹਦਾ ਫਿਰ ਇੰਡੀਪੈਂਡੈਂਟਲੀ ਉਹਦੀ ਵੈਰੀਫਿਕੇਸ਼ਨ ਹੁੰਦੀ ਆ। ਬਿਲਕੁਲ ਦੂਸਰੇ ਸਾਥੀ ਦੂਸਰੇ ਸਾਇੰਟਿਸਟ ਜਿਹੜੇ ਹੈਗੇ ਆ ਉਹਦੇ ਸਵਾਲ ਜਵਾਬ ਕਰਦੇ ਆ, ਫਿਰ ਅਗਰ ਉਹਦੀ ਉਹ ਗੱਲ ਢੁਕਵੀਂ ਬੈਠਦੀ ਆ ਹਾਂਜੀ ਤਾਂ ਫਿਰ ਕਿਤੇ ਜਾ ਕੇ ਉਹ ਜਿਹੜੀ ਗੱਲ ਉਧਰ ਪੂਰੀ ਹੁੰਦੀ ਆ। ਬਲਵੀਰ ਜੀ ਆਪਣਾ ਜਿਹੜਾ ਸਮਾਂ ਹੈਗਾ ਉਹ ਵੀ ਖਤਮੇ ਵੱਲ ਨੂੰ ਜਾ ਰਿਹਾ, ਅਸੀਂ ਆਪਣੇ ਪ੍ਰੋਗਰਾਮ ਦੇ ਅਖੀਰ ਵੱਲ ਤਕਰੀਬਨ ਪਹੁੰਚ ਚੁੱਕੇ ਹਾਂ ਹਾਂਜੀ। ਕੋਈ ਅਜਿਹੀ ਗੱਲ ਜੋ ਆਪਣੇ ਕੋਲੋਂ ਰਹਿ ਗਈ ਹੋਵੇ ਜਾਂ ਮੈਂ ਤੁਹਾਡੇ ਨਾਲ ਕੋਲੋਂ ਨਾ ਪੁੱਛ ਸਕਿਆ ਹੋਵਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਹਾਂਜੀ ਕਹਿਣੀ ਚਾਹੋ ਤੇ ਉਹ ਤੁਸੀਂ ਪਲੀਜ਼ ਜ਼ਰੂਰ ਸਾਂਝੀ ਕਰੋ। ਨਵਦੀਪ ਜੀ, ਜਿਸ ਤਰ੍ਹਾਂ ਆਪਾਂ ਨੂੰ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਜਿਹੜਾ ਹੈਗਾ ਉਹ ਵਿਆਹਾਂ ਸ਼ਾਦੀਆਂ ਦਾ ਬਹੁਤ ਜ਼ੋਰ ਆ ਜੀ, ਅਤੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜਾ ਨਾ ਚਾਹੁੰਦੇ ਹੋਏ ਵੀ ਹਾਂਜੀ ਵਿਆਹ ਸ਼ਾਦੀ ਦੇ ਵਿੱਚ ਉਹ ਜਿਸ ਤਰ੍ਹਾਂ ਕਈ ਵਾਰੀ 200 300 400 ਬੰਦਾ ਜੀ ਜਿਹੜਾ ਉਹ ਹੋ ਜਾਂਦਾ ਜੀ, ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਇਸ ਮੁਲਕ ਦੇ ਵਿੱਚ ਗੌਰਮੈਂਟ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ ਜੀ, ਤਾਂ ਉਹ ਬਹੁਤ ਸਾਰੀਆਂ ਉਠਾ ਦਿੱਤੀਆਂ ਅਤੇ ਅਸੀਂ ਮੇਰੇ ਖਿਆਲ 16 ਤਰੀਕ ਤੋਂ ਜਿਹੜੀਆਂ ਬਾਕੀ ਦੀਆਂ ਥੋੜ੍ਹੀ ਬਹੁਤੀਆਂ ਰਹਿੰਦੀਆਂ ਵੀ ਸੀਗੀਆਂ ਉਹ ਵੀ ਆਈਸੋਲੇਸ਼ਨ ਦੀਆਂ ਸੀਗੀਆਂ ਕਿ ਇਫ ਯੂ ਕਮ ਇਨਟੂ ਕੰਟੈਕਟ ਵਿਦ ਸਮਬਡੀ ਜਿਹੜਾ ਉਹ ਪੋਜ਼ੀਟਿਵ ਹੋਵੇ ਤਾਂ ਸਾਨੂੰ ਹੁਣ ਆਈਸੋਲੇਸ਼ਨ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈਗੀ ਜੀ। ਪਰ ਸਾਨੂੰ ਇਸ ਗੱਲ ਦਾ ਬਹੁਤ ਗੰਭੀਰਤਾ ਦੇ ਨਾਲ ਖਿਆਲ ਕਰਨਾ ਚਾਹੀਦਾ ਹਾਂਜੀ ਕਿ ਇਹ ਜਿਹੜਾ COVID-19 ਹੈਗਾ ਉਹ ਕਿਤੇ ਗਿਆ ਨਹੀਂ ਹੈਗਾ ਜੀ, ਅਤੇ ਇੰਨਾ ਜ਼ਰੂਰ ਹੈ ਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਹੋਈ ਹੈਗੀ ਆ ਉਹਨਾਂ ਦੇ ਉੱਤੇ ਉਨਾ ਬੁਰਾ ਪ੍ਰਭਾਵ ਨਹੀਂ ਪਏਗਾ ਜਿੰਨਾ ਉਹਨਾਂ ਦੇ ਉੱਤੇ ਹੋਵੇਗਾ ਜਿਨ੍ਹਾਂ ਦੇ ਜਿਹੜੀ ਵੈਕਸੀਨੇਸ਼ਨ ਨਹੀਂ ਲੱਗੀ ਹੈਗੀ। ਪਰ ਫਿਰ ਵੀ ਜਿਹੜੇ ਤੇ ਡਿਫਰੈਂਟ ਵੇਰੀਐਂਟਸ ਹੈਗੇ ਆ, ਵੱਖ-ਵੱਖ ਜਿਹੜੀਆਂ ਕਿਸਮਾਂ ਹੈਗੀਆਂ ਤਾਂ ਉਹ ਬਾਹਰ ਆ ਰਹੀਆਂ, ਅਤੇ ਸਾਨੂੰ ਜਿਹੜੀ ਹੈਗੀ ਆ ਉਹ ਡਿਸਟੈਂਸਿੰਗ ਇੱਕ ਦੂਜੇ ਤੋਂ ਰੱਖਣੀ ਚਾਹੀਦੀ ਆ, ਹੱਥ ਧੋਣੇ ਚਾਹੀਦੇ ਆ ਤਾਂ ਆਪਣਾ ਜਿਹੜਾ ਪਰਹੇਜ਼ ਆ ਉਹ ਸਾਡੇ ਆਪਣੇ ਹੱਥ ਦੇ ਵੱਸ ਹੈਗਾ। ਸਾਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ, ਅਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਜਿਹੜਾ ਹੈਗਾ ਮੁੜ ਕੇ ਹੋ ਰਿਹਾ, ਤਾਂ ਇਸ ਕਰਕੇ ਸਾਨੂੰ ਖਾਸ ਕਰਕੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜੇ ਅਸੀਂ ਨਹੀਂ ਰੱਖਾਂਗੇ ਤਾਂ ਅਸੀਂ ਫਿਰ ਜਿਹੜਾ ਹੈਗਾ ਉਹਦੇ ਦੁਰਪ੍ਰਭਾਵ ਦੇ ਤਾਂ ਸ਼ਿਕਾਰ ਕਿਉਂ ਹੋਣਾ। ਬਿਲਕੁਲ ਬਲਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਬਹੁਤ ਵਧੀਆ ਜਾਣਕਾਰੀ ਜਿਹੜੀ ਹੈਗੀ ਆ ਸਾਂਝੀ ਕੀਤੀ ਹੈਗੀ ਆ। ਸ਼ਾਇਦ ਸਾਡੇ ਦਰਸ਼ਕਾਂ ਨੂੰ ਲੱਗੇ ਕਿ ਅਸੀਂ ਕੋਵਿਡ ਦੀ ਗੱਲ ਜ਼ਿਆਦਾ ਕੀਤੀ ਹੈ, MHRA ਦੀ ਘੱਟ ਕੀਤੀ ਆ। ਸਾਡਾ ਰੈਫਰੈਂਸ ਪੁਆਇੰਟ MHRA ਸੀਗਾ, ਅਸੀਂ ਗੱਲ ਉਹਦੀ ਕਰਨੀ ਸੀ ਤਾਂ ਕਿ ਅਸੀਂ ਕੋਵਿਡ ਦੀ ਤਾਂ ਸਿਰਫ ਇੱਕ ਐਗਜ਼ਾਮਪਲ ਲਈ ਹੈਗੀ ਆ। ਸੋ ਸਾਡਾ ਜਿਹੜਾ ਹੈਗਾ ਸਮਾਂ ਉਹ ਸਮਾਪਤ ਹੁੰਦਾ। ਅਸੀਂ ਅੱਜ ਤੁਹਾਡੇ ਕੋਲੋਂ ਵਿਦਾ ਲੈਂਦੇ ਹਾਂ, ਇਹ ਵਾਅਦਾ ਕਰਦੇ ਹੋਏ ਕਿ ਤੰਦਰੁਸਤ ਰਹੇ ਤਾਂ ਅਗਲੇ ਹਫ਼ਤੇ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਲਈ ਫਿਰ ਹਾਜ਼ਰ ਹੋਵਾਂਗੇ। ਮੇਰੇ ਤੇ ਬਲਵੀਰ ਜੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।